द खालस टीवी ते रात 8 ਵਜੇ ਸਾਡਾ ਪ੍ਰਾਈਮ ਟਾਈਮ ਦੇਖਣਾ ਨਾ ਭੁੱਲਿਓ। ਖਾਸ ਮੁੱਦੇ ਮੌਤਾਂ ਜਾਂ ਕਤਲ ਤੇ ਚਰਚਾ ਕਰਾਂਗੇ। ਪਰਦੇ ਪਿਛਲੀਆਂ ਕਈ ਗੱਲਾਂ ਤੋਂ ਪਰਦੇ ਚੁੱਕਾਂਗੇ। ਪੰਜਾਬ ਦੇ ਵਿੱਚ 17% ਉਹ ਲੋਕ ਮਰ ਰਹੇ ਨੇ ਜਿਹੜੇ ਜਵਾਨ ਨੇ ਤੇ ਜਿਨ੍ਹਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ। ਮਈ ਦੇ ਅਖੀਰ ਦੇ ਵਿੱਚ ਲਾਗ ਘੱਟ ਹੋਣ ਲੱਗੇਗੀ ਕਰੋਨਾ ਦੀ। ਪੰਜਾਬ ਨੂੰ ਵਿਦੇਸ਼ੀ ਮਦਦ ਦਾ ਵੀ ਇੱਕ ਨਿੱਕਾ ਜਿਹਾ ਹਿੱਸਾ ਮਿਲ ਗਿਆ। ਹੋਰ ਕਿਹੜੇ ਸੂਬਿਆਂ ਦੇ ਵਿੱਚ ਸਖਤ ਲੋਕਡਾਊਨ ਲੱਗ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਤੀਸਰੀ ਲਹਿਰ ਲਈ ਮੋਦੀ ਸਰਕਾਰ ਪਹਿਲਾਂ ਹੀ ਤਿਆਰੀ ਰੱਖੇ। ਅਮਰੀਕਾ ਨੇ ਹੋਰ ਕਿਹੜਾ ਨਵਾਂ ਐਲਾਨ ਕਰ ਦਿੱਤਾ ਹੈ ਤੇ ਸ਼੍ਰੀਲੰਕਾ ਨੇ ਵੀ ਭਾਰਤ ਤੇ ਪਾਬੰਦੀ ਲਾ ਦਿੱਤੀ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਅਪਡੇਟਸ ਦੀ। ਪੰਜਾਬ, ਭਾਰਤ ਅਤੇ ਦੁਨੀਆ ਤੋਂ ਕਰੋਨਾ ਦੀਆਂ ਕੀ ਖਬਰਾਂ ਨੇ ਉਹਨਾਂ ਤੇ ਨਜ਼ਰ ਮਾਰ ਲੈਂਦੇ ਹਾਂ। ਭਾਰਤ ਦੀ ਪਹਿਲੀ ਔਰਤ ਵਿਗਿਆਨੀ ਅਤੇ ਪੰਜਾਬ ਸਰਕਾਰ ਦੇ ਕਰੋਨਾ ਮਹਾਮਾਰੀ ਸੰਬੰਧੀ ਸਲਾਹਕਾਰ ਗਗਨਦੀਪ ਕੰਗ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਮਈ ਮਹੀਨੇ ਦੇ ਅਖੀਰ ਤੱਕ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਘੱਟ ਹੋਣ ਲੱਗੇਗਾ। ਭਾਰਤੀ ਮਹਿਲਾ ਪ੍ਰੈਸ ਕੋਰ ਦੇ ਮੈਂਬਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਮਾਡਲ ਅਸੀਂ ਦੇਖ ਰਹੇ ਹਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਈ ਦੇ ਮੱਧ ਤੋਂ ਲੈ ਕੇ ਅੰਤ ਤੱਕ ਕਰੋਨਾ ਦਾ ਪ੍ਰਭਾਵ ਘਟਣ ਲੱਗੇਗਾ। ਕੁਝ ਮਾਡਲਸ ਨੂੰ ਦੇਖਦੇ ਹੋਏ ਇਹ ਵੀ ਸੰਭਵ ਹੈ ਕਿ ਜੂਨ ਦੀ ਸ਼ੁਰੂਆਤ ਵਿੱਚ ਮਾਮਲੇ ਘੱਟ ਹੋਣ ਲੱਗਣ, ਪਰ ਜੋ ਸਾਨੂੰ ਹਾਲੇ ਨਜ਼ਰ ਆ ਰਿਹਾ ਹੈ ਉਸ ਦੇ ਆਧਾਰ ਤੇ ਮਈ ਦੇ ਅੰਤ ਤੱਕ ਅਜਿਹਾ ਹੋਣ ਦੀ ਵਧੇਰੇ ਸੰਭਾਵਨਾ ਹੈ। ਇਸ ਦੇ ਨਾਲ ਹੀ ਗਗਨਦੀਪ ਕੰਗ ਨੇ ਇਹ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਰੋਨਾ ਦਾ ਟੀਕਾ ਹਰ ਸੂਰਤੇ ਹਾਲ ਅਸਰਦਾਰ ਹੈ। ਅਫਵਾਹਾਂ ਤੇ ਤੁਸੀਂ ਘੱਟ ਅਸਰ ਦਿਓ, ਇਸ ਗੱਲ ਤੇ ਯਕੀਨ ਕਰੋ ਕਿ ਕਰੋਨਾ ਦਾ ਟੀਕਾ ਅਸਰਦਾਰ ਹੈ। ਕੋਵਿਸ਼ੀਲਡ ਤੇ ਕੋਵੈਕਸਿਨ ਦੇ ਅਸਰਦਾਰ ਹੋਣ ਨੂੰ ਲੈ ਕੇ ਜੋ ਸਵਾਲ ਉੱਠ ਰਹੇ ਨੇ ਉਸ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਜਲਦ ਹੀ ਭਾਰਤ ਵਿੱਚ ਹੋਰ ਵੀ ਟੀਕਿਆਂ ਦੇ ਬਦਲ ਉਪਲਬਧ ਹੋਣਗੇ। ਵੈਕਸੀਨ ਬਿਮਾਰੀਆਂ ਤੋਂ ਬਚਾਉਂਦੀ ਹੈ, ਬਿਮਾਰੀ ਤੋਂ ਸੁਰੱਖਿਆ ਤਾਂ ਦਿੰਦੀ ਹੈ ਤੇ ਨਾਲ ਹੀ ਲਾਗ ਤੋਂ ਵੀ ਬਚਾਉਂਦੀ ਹੈ। ਜੇ ਤੁਸੀਂ ਲਾਗ ਤੋਂ ਬਚੇ ਤਾਂ ਤੁਸੀਂ ਇਸ ਨਾਲ ਇਸ ਨੂੰ ਹੋਰਾਂ ਤੱਕ ਪਹੁੰਚਾ ਵੀ ਨਹੀਂ ਸਕਦੇ। ਇਸ ਲਈ ਵੈਕਸੀਨ ਹਮੇਸ਼ਾ ਬਿਮਾਰੀਆਂ ਦੇ ਖਿਲਾਫ ਚੰਗਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਵੈਕਸੀਨ ਲਾਗ ਨੂੰ ਰੋਕ ਨਹੀਂ ਸਕਦੀ ਪਰ ਇਸ ਨੂੰ ਘਟਾ ਜ਼ਰੂਰ ਸਕਦੀ ਹੈ। ਤੇ ਗਗਨਦੀਪ ਕੰਗ ਨੇ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਰਹਿਣ ਲਈ ਥਾਂ ਅਤੇ ਭੋਜਨ ਹੋਵੇ ਤਾਂ ਫੌਰੀ ਤੌਰ ਤੇ ਲੋਕਡਾਊਨ ਸਰਕਾਰ ਨੂੰ ਲਾ ਦੇਣਾ ਚਾਹੀਦਾ ਹੈ, ਪਰ ਜੇ ਇਹਨਾਂ ਲੋਕਾਂ ਲਈ ਪ੍ਰਬੰਧ ਨਹੀਂ ਤਾਂ ਫਿਰ ਲੋਕਡਾਊਨ ਲਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਂਝ ਵੀ ਲੋਕਾਂ ਨੇ ਫਿਰ ਭੁੱਖੇ ਰਹਿ ਕੇ ਮਰ ਹੀ ਜਾਣਾ। ਪੰਜਾਬ ਦੇ ਵਿੱਚ ਕੋਵਿਡ ਦੇ ਨਾਲ 17% ਅਜਿਹੇ ਲੋਕ ਮਰੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਹੀ ਨਹੀਂ ਸੀ। ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ ਕੋਵਿਡ ਕਾਰਨ ਸਿਰਫ ਬਜ਼ੁਰਗਾਂ ਅਤੇ ਸਹਿ ਬਿਮਾਰੀਆਂ ਵਾਲੇ ਹੀ ਨਹੀਂ ਬਲਕਿ ਨੌਜਵਾਨ ਤੇ ਸਿਹਤਮੰਦ ਲੋਕ ਵੀ ਜਾਨਾਂ ਗੁਆ ਰਹੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਆਪਣੇ ਆਲੇ ਦੁਆਲੇ ਆਪਣੀ ਜਾਣ ਪਛਾਣ ਦੇ ਵਿੱਚ ਕਿੰਨੇ ਅਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਦੀਆਂ ਮੌਤਾਂ ਨੇ ਜਿਹੜੀਆਂ ਉਹ ਆਪਾਂ ਕਹਿ ਸਕਦੇ ਹਾਂ ਕਿ ਹਲੇ ਮੌਤ ਆਈ ਨਹੀਂ, ਮੌਤ ਆਉਣ ਤੋਂ ਪਹਿਲਾਂ ਹੀ ਇਹ ਇਨਸਾਨ ਮਰ ਗਿਆ। ਮੌਤ ਆਉਂਦੀ ਹੈ ਕਿਸੇ ਨੂੰ ਬਿਮਾਰੀ ਹੋਵੇ, ਕਿਸੇ ਨੂੰ ਕੋਈ ਤਕਲੀਫ ਹੋਵੇ, ਉਹਦਾ ਪਤਾ ਹੁੰਦਾ ਕਿ ਇਹਨੇ ਮਰ ਜਾਣਾ ਹੈ ਥੋੜੇ ਟਾਈਮ ਤੱਕ। ਹਾਲਾਂਕਿ ਮੌਤ ਅਕਾਲ ਪੁਰਖ ਦੇ ਹੱਥ ਹੈ, ਇਸ ਨੂੰ ਕੋਈ ਵੀ ਆਪਣੇ ਹੱਥ 'ਚ ਲੈ ਨਹੀਂ ਸਕਦਾ ਕਿ ਕਿਹੜੇ ਇਨਸਾਨ ਨੇ ਕਦੋਂ ਮਰਨਾ ਹੈ। ਪਰ ਜਿਹੜੀਆਂ ਹੁਣ ਮੌਤਾਂ ਹੋ ਰਹੀਆਂ ਨੇ ਉਹ ਅਜਿਹੀਆਂ ਮੌਤਾਂ ਵੀ ਹੋ ਰਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਨੇ ਕਿ ਅੱਛਾ ਇਹ ਵੀ ਕਰੋਨਾ ਦੇ ਨਾਲ ਮਰ ਗਿਆ, ਚੰਗਾ ਭਲਾ ਬੰਦਾ ਤੰਦਰੁਸਤ। ਸੋ ਇਹ ਜਿਹੜੀ ਰਿਪੋਰਟ ਹੁਣ ਸਾਹਮਣੇ ਆਈ ਹੈ ਕਿ 17% ਉਹ ਲੋਕ ਮਰ ਗਏ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ, ਜਿਹੜੇ ਨੌਜਵਾਨ ਸੀ, ਸਿਹਤਮੰਦ ਸੀ। ਸੂਬੇ ਦੇ ਸਿਹਤ ਮਹਿਕਮੇ ਦੇ ਮੁਤਾਬਿਕ ਇਹ ਚਿੰਤਾਜਨਕ ਰੁਝਾਨ ਹੈ ਤੇ ਲਗਭਗ 17% ਮੌਤਾਂ ਜਿਹੇ ਲੋਕਾਂ ਦੀਆਂ ਹੋ ਗਈਆਂ ਨੇ, ਜਦਕਿ 26% ਲੋਕ 70 ਸਾਲ ਤੋਂ ਉੱਪਰ ਦੇ ਹਨ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ। 29% 61 ਤੋਂ 70 ਸਾਲ ਉਮਰ ਵਰਗ ਦੇ ਹਨ। 24% ਲੋਕ 51 ਤੋਂ 60 ਸਾਲਾਂ ਦੇ ਵਿਚਕਾਰ ਹਨ, ਜਦਕਿ 5% ਲੋਕ 31 ਤੋਂ 40 ਸਾਲ ਉਮਰ ਵਰਗ ਦੇ ਵੀ ਹਨ ਜਿਹੜੇ ਕਰੋਨਾ ਦੀ ਬਲੀ ਚੜ ਰਹੇ ਨੇ। ਪੰਜਾਬ ਦੇ ਵਿੱਚ ਲੰਘੇ 4 ਦਿਨਾਂ ਦੇ ਵਿੱਚ 4 ਸਰਕਾਰੀ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ। ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਚਾਰੇ ਡਾਕਟਰ ਤੈਨਾਤ ਸਨ। ਡਾਕਟਰ ਜਯੰਤ ਅਗਰਵਾਲ, ਡਾਕਟਰ ਅਮਨਦੀਪ ਗੋਇਲ, ਡਾਕਟਰ ਰਾਜੀਵ ਜੈਨ ਤੇ ਡਾਕਟਰ ਦੀਪਕ ਗੁਪਤਾ, ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ। ਇਹਨਾਂ ਦੇ ਵਿੱਚੋਂ 3 ਡਾਕਟਰ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ 1 ਡਾਕਟਰ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਜਾਣਕਾਰੀ ਮੁਤਾਬਿਕ ਇਹਨਾਂ ਡਾਕਟਰਾਂ ਨੇ ਕੰਮ ਦੇ ਦਬਾਅ ਕਾਰਨ ਨੌਕਰੀ ਛੱਡੀ ਹੈ। ਜ਼ਿਆਦਾਤਰ ਡਾਕਟਰਾਂ ਨੇ ਸਰਕਾਰੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਿੱਜੀ ਹਸਪਤਾਲ ਖੋਲ੍ਹ ਲਏ ਨੇ। ਹੁਣ ਇਸ ਮਸਲੇ ਦੇ ਵਿੱਚ ਵੀ ਜ਼ਰਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟ ਹਸਪਤਾਲ ਜ਼ਿਆਦਾਤਰ ਲੋਕਾਂ ਨੂੰ ਲੁੱਟ ਰਹੇ ਨੇ। ਕਰੋਨਾ ਦੇ ਜਿਹੜੇ ਬੈੱਡ ਹੈਗੇ ਨੇ ਉਹਨਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਲਈਆਂ ਜਾ ਰਹੀਆਂ ਨੇ। ਕਈ ਹਸਪਤਾਲਾਂ ਦੇ ਵਿੱਚ ਤਾਂ ਇੱਕ ਦਿਨ ਦੀ ਇੱਕ ਬੈੱਡ ਦੀ ਕੀਮਤ 30-30 ਹਜ਼ਾਰ ਵੀ ਵਸੂਲੀ ਜਾ ਰਹੀ ਹੈ।
ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਦੇ ਦਬਾਅ ਕਾਰਨ ਜੇ ਡਾਕਟਰ ਪ੍ਰਾਈਵੇਟ ਹਸਪਤਾਲ ਖੋਲ ਰਹੇ ਨੇ ਅਜਿਹੇ ਦੌਰ ਦੇ ਵਿੱਚ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਨਹੀਂ ਕਰਨਾ ਚਾਹੁੰਦੇ, ਬਲਕਿ ਉਹ ਆਜ਼ਾਦ ਹੋ ਕੇ ਕਰੋਨਾ ਮਰੀਜ਼ਾਂ ਦਾ ਇਲਾਜ ਕਰਨਾ ਚਾਹੁੰਦੇ ਨੇ। ਅਸੀਂ ਕਿਸੇ ਤੇ ਉਂਗਲ ਨਹੀਂ ਚੁੱਕ ਰਹੇ, ਪਰ ਇਹ ਗੱਲਾਂ ਵਾਪਰਦੀਆਂ ਨੇ। ਡਾਕਟਰ ਮਹਿਕਮੇ ਦੇ ਨਾਲ ਜੁੜੇ ਜਿਹੜੇ ਲੋਕ ਹੈਗੇ ਨੇ ਉਹ ਵੀ ਲੋਕਾਂ ਨੂੰ ਅਜਿਹੇ ਦੌਰ ਦੇ ਵਿੱਚ ਜਦੋਂ ਲੁੱਟਦੇ ਨੇ, ਜਿਨ੍ਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਲੋਕਾਂ ਦੇ ਵੱਲੋਂ, ਤਾਂ ਇਸ ਤੋਂ ਵੱਧ ਦੁਖਦਾਈ ਸ਼ਾਇਦ ਕੁਝ ਵੀ ਨਹੀਂ ਹੁੰਦਾ। ਹਾਲਾਂਕਿ ਇਸ ਦੌਰ ਦੇ ਵਿੱਚ ਇਕੱਲੇ ਡਾਕਟਰ ਹੀ ਨਹੀਂ ਬਲਕਿ ਹੋਰ ਵੀ ਕਈ ਅਜਿਹੇ ਜਿਹੜੇ ਵਪਾਰਾਂ ਦੇ ਨਾਲ ਜੁੜੇ ਲੋਕ ਹੁੰਦੇ ਨੇ ਜਿਹੜੇ ਅਜਿਹੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੁੱਟਣੋਂ ਬਾਜ਼ ਨਹੀਂ ਆਉਂਦੇ। ਖੈਰ, ਇਹਨਾਂ 4 ਡਾਕਟਰਾਂ ਨੇ ਸਰਕਾਰੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਕੰਮ ਦੇ ਦਬਾਅ ਦਾ ਕਾਰਨ ਦੱਸਦੇ ਹੋਏ ਨਿੱਜੀ ਹਸਪਤਾਲ ਖੋਲ੍ਹ ਲਏ ਨੇ। ਵਿਦੇਸ਼ੀ ਮਦਦ ਦੇ ਵਿੱਚੋਂ ਆਖਿਰਕਾਰ ਪੰਜਾਬ ਨੂੰ ਵੀ ਨਿਗੂਣਾ ਹਿੱਸਾ ਮਿਲ ਗਿਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਨੂੰ 2200 ਰੈਮਡੇਸਿਵਿਰ ਟੀਕੇ ਮਿਲੇ ਨੇ ਤੇ 100 ਆਕਸੀਜਨ ਕਨਸੈਂਟਰੇਟਰ ਵੀ ਮਿਲੇ ਨੇ। ਹਾਲਾਂਕਿ ਸਾਨੂੰ ਹੋਰ ਵੀ ਮਦਦ ਦੀ ਲੋੜ ਹੈ। ਸਿੱਧੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਕਰੋਨਾ ਵੈਕਸੀਨ ਦਾ ਸਿਰਫ 6 ਮਈ ਸ਼ਾਮ ਤੱਕ ਦਾ ਹੀ ਕੋਟਾ ਬਚਿਆ ਹੈ। ਕਰੋਨਾ ਦਾ ਟੀਕਾ ਖਤਮ ਹੋ ਜਾਏਗਾ। ਦਰਅਸਲ ਪਿਛਲੇ ਦਿਨੀ ਬਲਬੀਰ ਸਿੱਧੂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਕੱਸਿਆ ਸੀ, ਕਿਹਾ ਸੀ ਕਿ ਪੰਜਾਬ ਨੂੰ ਵਿਦੇਸ਼ੀ ਮਦਦ ਚੋਂ ਇੱਕ ਕਿਣਕਾ ਵੀ ਨਹੀਂ ਮਿਲਿਆ। ਯੂਕੇ ਤੇ ਕੁਵੈਤ ਤੋਂ ਭਾਰਤ ਨੂੰ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਤੇ ਆਕਸੀਜਨ ਸਿਲੰਡਰ ਮਿਲੇ ਨੇ, ਪਰ ਹੁਣ ਪੰਜਾਬ ਨੂੰ ਵੀ ਇਹਨਾਂ ਦੀ ਸਪਲਾਈ ਕਰ ਦਿੱਤੀ ਹੈ। ਹਾਲਾਂਕਿ 2200 ਰੈਮਡੇਸਿਵਿਰ ਟੀਕੇ ਨੇ ਜਿਹੜੇ ਉਹ ਦਿੱਤੇ ਗਏ ਨੇ, ਪਰ ਜਿਹੜੇ ਕਰੋਨਾ ਰੋਕੂ ਟੀਕੇ ਨੇ ਉਹਨਾਂ ਦੀ ਹਾਲੇ ਕੋਈ ਖੇਪ ਨਹੀਂ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਟੀਐਮ ਦੇ ਮਾਲਕ ਵਿਜੇ ਸ਼ੇਖਰ ਦਾ ਕਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਆਕਸੀਜਨ ਦੇ ਕਨਸੈਂਟਰੇਟਰ ਤੇ ਜਨਰੇਟਰ ਦਾਨ ਕਰਨ ਦੇ ਲਈ ਧੰਨਵਾਦ ਕੀਤਾ ਹੈ। ਪਟਿਆਲਾ ਦੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਐਲਾਨ ਕੀਤਾ ਹੈ ਕਿ ਕਰੋਨਾ ਮਰੀਜ਼ਾਂ ਵਾਸਤੇ ਬੈੱਡਾਂ ਦੀ ਸਮਰੱਥਾ 25% ਵਧਾਈ ਜਾ ਰਹੀ ਹੈ। ਪਟਿਆਲਾ ਦੇ ਮੈਡੀਕਲ ਕਾਲਜ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ, ਕਿਹਾ ਕਿ ਇੱਥੇ ਆਕਸੀਜਨ ਦੀਆਂ ਪਾਈਪਾਂ ਵਾਲੇ ਬੈੱਡਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ, ਜਿਸ ਦੌਰਾਨ ਮੁੱਢਲੇ ਤੌਰ ਤੇ ਅਜਿਹੇ 125 ਬੈੱਡ ਵਧਾਏ ਜਾਣਗੇ। ਮੰਤਰੀ ਨੇ ਕਿਹਾ ਕਿ ਕਰੋਨਾ ਵਾਰਡਾਂ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਅਟੈਚ ਕੀਤੀ LCD ਕਰੋਨਾ ਸੰਬੰਧੀ ਕੰਟਰੋਲ ਰੂਮ ਦੇ ਵਿੱਚ ਵੀ ਲਾਈ ਜਾਏਗੀ। ਪਟਿਆਲਾ ਚੰਡੀਗੜ੍ਹ ਸੜਕ ਦੇ ਉੱਤੇ ਬਣੇ ਹੋਏ ਗਿਆਨ ਸਾਗਰ ਹਸਪਤਾਲ ਦੇ ਵਿੱਚ ਕਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਸੜਕ ਨੂੰ ਜਾਮ ਕਰ ਦਿੱਤਾ। ਇਲਜ਼ਾਮ ਲਾਇਆ ਗਿਆ ਡਾਕਟਰਾਂ ਦੀ ਅਣਗਹਿਲੀ ਦਾ। ਪਠਾਨਕੋਟ ਦੇ ਵਿੱਚ ਜਿਹੜੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਨੇ ਪ੍ਰਦਰਸ਼ਨ ਕੀਤਾ, ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅਜਿਹੇ ਦੌਰ ਦੇ ਵਿੱਚ ਸਰਕਾਰਾਂ ਦੀ ਸਭ ਤੋਂ ਜਿਹੜੀ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਸਿਹਤ ਕਾਮਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ, ਕਿਉਂਕਿ ਸਿਹਤ ਕਾਮਿਆਂ ਦੀਆਂ ਜੇ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਤਾਂ ਉਹ ਲੋਕਾਂ ਦਾ ਇਲਾਜ ਕਿੱਥੋਂ ਕਰਨਗੇ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿਹਤ ਕਾਮਿਆਂ ਨੂੰ ਜਿੰਨਾ ਉਹ ਕਰ ਰਹੇ ਨੇ ਉਸ ਤੋਂ ਵੀ ਵੱਧ ਕੇ ਉਹਨਾਂ ਨੂੰ ਰਿਗਾਰਡ ਹੈ ਜਿਹੜਾ ਉਹ ਦੇਣਾ ਚਾਹੀਦਾ ਹੈ, ਕਿਉਂਕਿ ਦਿਨ ਰਾਤ ਡਿਊਟੀਆਂ ਕਰਦੇ ਨੇ, ਡਬਲ ਡਿਊਟੀਆਂ ਕਰਦੇ ਨੇ। ਔਰ ਡਾਕਟਰਾਂ ਦੀ ਜੇ ਆਪਾਂ ਦੇਖ ਲਈਏ ਜੋ ਹਾਲਤ ਹੁੰਦੀ ਹੈ, ਇਸ ਵਕਤ ਗਰਮੀ ਦਾ ਮੌਸਮ ਹੈ, PPE ਕਿੱਟ ਉਹਨਾਂ ਨੇ ਚਾੜੀ ਹੁੰਦੀ ਹੈ, ਡਬਲ ਮਾਸਕ ਪਾਏ ਹੁੰਦੇ ਨੇ, ਫੇਸ ਸ਼ੀਲਡ ਪਾਏ ਹੁੰਦੇ ਨੇ, ਤੇ ਰਾਤ ਨੂੰ ਕਹਿੰਦੇ ਜਦੋਂ ਅਸੀਂ ਕਰੋਨਾ ਕਿੱਟ ਆਪਣੀ ਡਿਊਟੀ ਤੋਂ ਬਾਅਦ ਲਾਉਂਦੇ ਆ ਤਾਂ ਸਾਡੇ ਪੈਰਾਂ ਥੱਲੇ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ, ਮੁੜਕਾ ਹੁੰਦਾ, ਜਿਵੇਂ ਚਿੱਕੜ ਦੇ ਵਿੱਚ ਸਾਡੇ ਪੈਰ ਤੁਰੇ ਫਿਰਦੇ ਹੋਣ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਸੋ ਕਈ ਵਾਰੀ ਇਹੋ ਜਿਹੀਆਂ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਪਿਛਲੇ ਸਾਲ, ਜਦੋਂ ਡਾਕਟਰ ਵੀ ਬੇਹੋਸ਼ ਹੋ ਕੇ ਡਿੱਗਦੇ ਰਹੇ ਨੇ। ਸੋ ਜ਼ਰੂਰ ਉਹਨਾਂ ਸਾਰੇ ਸਿਹਤ ਕਰਮੀਆਂ ਨੂੰ, ਸਾਰੀ ਦੁਨੀਆ ਦੇ ਸਿਹਤ ਕਰਮੀਆਂ ਨੂੰ ਅਸੀਂ ਜ਼ਰੂਰ ਸਲਾਮ ਕਰਾਂਗੇ ਜਿਹੜੇ ਅਸਲ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ। ਪੰਜਾਬ ਦੇ DGP ਦਿਨਕਰ ਗੁਪਤਾ ਨੇ ਦੱਸਿਆ ਕਿ COVID-19 ਮਾਮਲਿਆਂ ਦੇ ਵਿੱਚ ਵੱਡਾ ਵਾਧਾ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਸਖਤ ਰੋਕਾਂ ਲਾਉਣ ਸੰਬੰਧੀ ਜਿਹੜੇ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਨੇ, ਜਿਹੜੇ ਲੋਕ ਉਹਨਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪਿਛਲੇ 3 ਦਿਨਾਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਲਗਭਗ 6531 ਪੰਜਾਬੀਆਂ ਦੇ ਚਲਾਨ ਕੱਟੇ ਨੇ ਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸਰਕਾਰ ਨੇ 2 ਨੋਡਲ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ ਜੋ ਬਾਰਡਰਾਂ ਦੇ ਉੱਤੇ ਇਹ ਯਕੀਨੀ ਬਣਾਉਣਗੇ ਕਿ ਵਿਦੇਸ਼ਾਂ ਤੋਂ ਸੂਬੇ ਦੇ ਵਿੱਚ ਜੋ COVID-19 ਨੂੰ ਲੈ ਕੇ ਰਾਹਤ ਲੈ ਕੇ ਆ ਰਹੇ ਵਿਅਕਤੀ ਤੇ ਸੰਸਥਾਵਾਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਤੋਂ ਛੋਟ ਦਿੱਤੀ ਜਾਵੇ। ਕੋਰੋਨਾ ਕਾਲ ਦੌਰਾਨ ਹਸਪਤਾਲਾਂ ਦੇ ਵਿੱਚ ਦਾਖਲ ਮਰੀਜ਼ਾਂ ਤੋਂ ਕਈ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਤੇ ਐਕਸ਼ਨ ਲੈਂਦਿਆਂ ਹੋਇਆਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖਤ ਨਿਖੇਧੀ ਕਰਦਿਆਂ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਕਿ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਂ ਤੇ ਲੱਖਾਂ ਰੁਪਏ ਦੇ ਨਾਜਾਇਜ਼ ਬਿੱਲ ਬਣਾਏ ਜਾ ਰਹੇ ਨੇ, ਜੋ ਕਿ ਗਲਤ ਹੈ। ਕੋਰੋਨਾ ਮਰੀਜ਼ ਦਾ ਰੋਜ਼ਾਨਾ ਲਗਭਗ 7000 ਰੁਪਏ ਦਾ ਖਰਚਾ ਬਣਦਾ ਹੈ, ਜੋ ਕਿ
ਵੱਧ ਵਸੂਲਿਆ ਜਾ ਰਿਹਾ ਹੈ। ਵੜਿੰਗ ਨੇ ਕਿਹਾ ਕਿ ਡਾਕਟਰ ਅਜਿਹੀਆਂ ਗਲਤ ਹਰਕਤਾਂ ਨਾ ਕਰਨ ਕਿਉਂਕਿ ਇਹ ਦੌਰ ਹੈ ਜਿਹੜਾ ਲੋਕਾਂ ਨੂੰ ਲੁੱਟਣ ਦਾ ਨਹੀਂ ਹੈ ਬਲਕਿ ਜਾਨਾਂ ਬਚਾਉਣ ਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਕਰੋਨਾ ਰੋਧਕ ਟੀਕਿਆਂ ਦੀ ਘਾਟ ਦਾ ਮੁੱਦਾ ਚੁੱਕਿਆ। ਇਹ ਚਿੱਠੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੀ ਰਾਤ ਕੀਤੇ ਗਏ ਟਵੀਟ ਦੇ ਸੰਬੰਧ ਵਿੱਚ ਉਹਨਾਂ ਨੇ ਲਿਖੀ ਹੈ, ਜਿਸ ਵਿੱਚ ਮੁੱਖ ਮੰਤਰੀ ਨੇ ਸੂਬੇ ਅੰਦਰ ਕਰੋਨਾ ਦੇ ਟੀਕੇ ਦੀ ਭਾਰੀ ਘਾਟ ਦੀ ਗੱਲ ਕਹੀ ਸੀ। ਮਨੀਸ਼ ਤਿਵਾੜੀ ਨੇ ਕੇਂਦਰੀ ਮੰਤਰੀ ਨੂੰ ਪੱਖਪਾਤ ਛੱਡ ਕੇ ਪੰਜਾਬ ਨੂੰ ਟੀਕਿਆਂ ਵਿੱਚ ਬਣਦਾ ਹਿੱਸਾ ਜਲਦੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ ਕਨਸੈਂਟਰੇਟਰ ਦੇ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਨਾਲ ਬਣੇ ਹਾਲਾਤਾਂ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਆਕਸੀਜਨ ਪਲਾਂਟ ਤਿਆਰ ਕੀਤਾ ਗਿਆ ਜੋ ਅਗਲੇ ਹਫ਼ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ। ਕਰੋਨਾ ਸੰਕਟ ਦੌਰਾਨ ਪੰਜਾਬ ਦੇ ਵਿੱਚ ਖੂਨਦਾਨ ਘਟ ਜਾਣ ਕਾਰਨ ਬਲੱਡ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਨੇ। ਸਿਹਤ ਵਿਭਾਗ ਦੇ ਨਿਯਮਾਂ ਦੇ ਮੁਤਾਬਿਕ ਕਰੋਨਾ ਰੋਕੂ ਟੀਕਾ ਲਵਾਉਣ ਵਾਲਾ ਕੋਈ ਵੀ ਵਿਅਕਤੀ 45 ਤੋਂ 60 ਦਿਨਾਂ ਤੱਕ ਖੂਨਦਾਨ ਨਹੀਂ ਕਰ ਸਕਦਾ, ਜਿਸ ਕਾਰਨ ਹਸਪਤਾਲਾਂ ਦੇ ਬਲੱਡ ਬੈਂਕਾਂ ਦੇ ਵਿੱਚ ਖੂਨ ਘਟਣ ਲੱਗਿਆ ਹੈ। ਇਸ ਸੰਕਟ ਕਾਰਨ ਥੈਲੇਸੀਮੀਆ, ਕੈਂਸਰ, ਡਾਇਲਸਿਸ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਤੇ ਹੋਰਨਾਂ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਇਸ ਵਕਤ ਸਰਕਾਰ ਨੇ 18 ਤੋਂ 45 ਸਾਲ ਦੇ ਲੋਕਾਂ ਲਈ ਵੀ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ ਤੇ ਜ਼ਿਆਦਾਤਰ ਖੂਨਦਾਨ ਇਸੇ ਉਮਰ ਵਰਗ ਦੇ ਲੋਕ ਕਰਦੇ ਨੇ ਤੇ ਜਦੋਂ ਇਹਨਾਂ ਲੋਕਾਂ ਦਾ ਟੀਕਾਕਰਨ ਹੋਏਗਾ ਤਾਂ ਉਹ 45 ਤੋਂ 60 ਦਿਨਾਂ ਦੇ ਅੰਦਰ ਖੂਨਦਾਨ ਨਹੀਂ ਕਰ ਸਕਣਗੇ। ਜ਼ਾਹਿਰ ਤੌਰ ਤੇ ਬਲੱਡ ਬੈਂਕ ਦੇ ਵਿੱਚ ਘਾਟ ਆਏਗੀ। ਇਸ ਦਰਮਿਆਨ ਬਲੱਡ ਬੈਂਕਾਂ ਦੇ ਪ੍ਰਬੰਧਕ ਖੂਨਦਾਨੀਆਂ ਨੂੰ ਟੀਕਾ ਲਵਾਉਣ ਤੋਂ ਪਹਿਲਾਂ ਖੂਨਦਾਨ ਦੀ ਅਪੀਲ ਕਰ ਰਹੇ ਨੇ। ਸੋ ਜਿਹੜੇ ਵੀ ਖੂਨਦਾਨੀ ਹੈਗੇ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਖੂਨਦਾਨ ਕਰਦੇ ਨੇ ਉਹ ਟੀਕਾ ਲਵਾਉਣ ਤੋਂ ਪਹਿਲਾਂ ਆਪਣਾ ਖੂਨਦਾਨ ਜ਼ਰੂਰ ਕਰਨ। ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਦੀ ਰੋਕਥਾਮ ਕਰਕੇ ਯੂਟੀ ਪ੍ਰਸ਼ਾਸਨ ਨੇ ਜਿਹੜੀ 7 ਦਿਨਾਂ ਦੀ ਸਖਤੀ ਵਧਾਈ ਹੈ ਉਸ ਦੇ ਵਿੱਚ ਗੈਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੀ ਤਰਜ਼ ਤੇ ਸਾਨੂੰ ਵੀ ਕੁਝ ਦੁਕਾਨਾਂ ਖੋਲਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ, ਜਿਵੇਂ ਕਿ ਸ਼ਰਾਬ ਕਾਰੋਬਾਰੀ ਤੇ ਹਾਰਡਵੇਅਰ ਦੀਆਂ ਦੁਕਾਨਾਂ, ਪਰ ਯੂਟੀ ਪ੍ਰਸ਼ਾਸਨ ਨੇ ਇਹਨਾਂ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ। ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਜੋ ਕਿ ਕਰੋਨਾ ਮਹਾਮਾਰੀ ਦੌਰਾਨ ਵੱਧ ਰਹੇ ਕੇਸਾਂ ਦੇ ਵਿੱਚ ਕਾਫੀ ਚਿੰਤਾਜਨਕ ਹੈ। ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲਾਂ ਦੇ ਲਗਭਗ ਸਾਰੇ ਬੈੱਡ ਫੁੱਲ ਹੋ ਚੁੱਕੇ ਨੇ, ਜਦਕਿ ਪੀਜੀਆਈ ਸਮੇਤ ਹੋਰਨਾਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਮੁਤਾਬਿਕ ਬੈੱਡਾਂ ਦੀ ਗਿਣਤੀ ਨਾਮਾਤਰ ਹੀ ਰਹਿ ਗਈ ਹੈ। ਸਿਹਤ ਵਿਭਾਗ ਦੀ ਡਾਇਰੈਕਟਰ ਡਾਕਟਰ ਅਮਨਦੀਪ ਕੌਰ ਕੰਗ ਨੇ ਦੱਸਿਆ ਕਿ ਜੇ ਲੋਕਾਂ ਨੇ ਹਾਲੇ ਵੀ 2-4 ਦਿਨਾਂ ਦੇ ਵਿੱਚ ਕੋਵਿਡ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਹਸਪਤਾਲਾਂ ਦੇ ਵਿੱਚ ਬੈੱਡ ਮਿਲਣੇ ਬਿਲਕੁਲ ਬੰਦ ਹੋ ਜਾਣਗੇ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਜਾਣਗੇ। ਇਸ ਦਰਮਿਆਨ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ, ਅਪੀਲ ਕੀਤੀ ਹੈ ਕਿ ਕਰੋਨਾ ਦੇ ਲੱਛਣ ਦਿਖਾਈ ਦੇਣ ਤੇ ਇੱਕਦਮ ਹਸਪਤਾਲਾਂ ਵੱਲ ਨਾ ਭੱਜੋ। ਬੁਖਾਰ ਜ਼ੁਕਾਮ ਹੋਣ ਤੇ ਪਹਿਲਾਂ ਆਪਣੇ ਘਰ ਦੇ ਵਿੱਚ ਰਹੋ, ਦਵਾਈ ਲਓ, ਪੈਰਾਸੀਟਾਮੋਲ ਲਓ 650 mg 4 ਵਾਰੀ ਲਗਾਤਾਰ ਲਓ। ਜੇ ਫੇਰ ਵੀ ਤੁਹਾਡਾ ਬੁਖਾਰ ਨਹੀਂ ਉਤਰਦਾ ਤਾਂ ਤੁਹਾਨੂੰ ਗੰਭੀਰ ਜਦੋਂ ਲੱਗੇ ਸਮੱਸਿਆ ਫੇਰ ਪੀਜੀਆਈ ਵੱਲ ਆਉਣਾ ਚਾਹੀਦਾ, ਨਹੀਂ ਤਾਂ ਗੰਭੀਰ ਮਰੀਜ਼ਾਂ ਲਈ ਵੀ ਬੈੱਡ ਖਤਮ ਹੋ ਜਾਣਗੇ। ਕਰੋਨਾ ਕਰਕੇ ਟਰਾਈ ਸਿਟੀ ਦੇ ਸਕੂਲ ਬੱਸ ਆਪਰੇਟਰਾਂ ਦਾ ਚੱਕਾ ਦੂਸਰੇ ਸਾਲ ਵੀ ਜਾਮ ਹੈ। ਬੱਸ ਮਾਲਕਾਂ ਨੂੰ ਹੁਣ ਕਿਸ਼ਤਾਂ ਨਾ ਭਰਨ ਤੇ ਬੈਂਕਾਂ ਨੇ ਵੀ ਕਾਨੂੰਨੀ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਨੇ। ਕਈ ਬੱਸ ਮਾਲਕਾਂ ਨੇ ਤਾਂ ਬੱਸਾਂ ਵੇਚਣ ਤੱਕ ਦੀ ਤਿਆਰੀ ਕਰ ਲਈ ਹੈ। ਬੱਸ ਮਾਲਕਾਂ ਨੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਰਾਹਤ ਮੰਗੀ ਹੈ ਤਾਂ ਕਿ ਉਹ ਘਰਾਂ ਦੇ ਖਰਚੇ ਤਾਂ ਚਲਾ ਸਕਣ। ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਦੋਂ ਤੱਕ ਸਕੂਲ ਨਹੀਂ ਖੁੱਲਦੇ ਉਦੋਂ ਤੱਕ ਮੋਟਰ ਵਹੀਕਲ ਟੈਕਸ, ਪਰਮਿਟ ਫੀਸ ਰਿਨਿਊਅਲ ਅਤੇ ਸਕੂਲ ਬੱਸ ਫਿਟਨੈਸ ਸਰਟੀਫਿਕੇਟ ਦੀ ਮਿਆਦ ਵਧਾਈ ਜਾਵੇ, ਨਹੀਂ ਤਾਂ ਉਹਨਾਂ ਨੂੰ ਬੱਸਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ। ਇਸ ਦੇ ਨਾਲ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਕੂਲ ਬੱਸਾਂ ਬੰਦ ਹੋਣ ਦੇ ਨਾਲ ਟਰਾਈ ਸਿਟੀ ਦੇ 4000 ਡਰਾਈਵਰ ਅਤੇ ਸਟਾਫ ਮੈਂਬਰ ਵਿਹਲੇ ਹੋ ਰਹੇ ਨੇ। ਉਹਨਾਂ ਨੂੰ ਦਿਹਾੜੀ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ, ਪਰ ਹੁਣ ਕਰੋਨਾ ਕਰਕੇ ਦਿਹਾੜੀ ਵੀ ਨਹੀਂ ਮਿਲਦੀ। ਇਹ ਲੋਕਾਂ ਦੇ ਜ਼ਮੀਨੀ ਹਾਲਾਤ ਹੋ ਗਏ ਨੇ, ਪਰ ਇਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਲੋਕਾਂ ਲਈ ਕੋਈ ਵੀ ਰਾਹਤ ਪੈਕੇਜ ਨਹੀਂ ਦਿੰਦੀਆਂ। ਪੰਜਾਬ ਰੈਵਨਿਊ ਐਸੋਸੀਏਸ਼ਨ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਮੀਟਿੰਗ ਤੋਂ ਬਾਅਦ 21 ਮਈ ਤੱਕ ਹੜਤਾਲ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਬੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਰਾਜ ਭਰ ਦੇ ਵਿੱਚ ਸੂਬਾ ਭਰ ਦੇ ਵਿੱਚ ਰਜਿਸਟਰੀਆਂ, ਸਰਟੀਫਿਕੇਟ, ਇੰਤਕਾਲ, ਕਰੋਨਾ ਡਿਊਟੀਆਂ ਦਾ ਕੰਮ ਹੁਣ ਸ਼ੁਰੂ ਹੋ ਜਾਏਗਾ, ਪਰ ਕਾਰਜਕਾਰੀ ਮੈਜਿਸਟ੍ਰੇਟ ਡਿਊਟੀ ਅਤੇ ਅਦਾਲਤੀ ਕੰਮ ਨਹੀਂ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਸੰਘਰਸ਼ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ
ਧਿਆਨ 'ਚ ਰੱਖਦਿਆਂ ਅਸੀਂ ਇਹ ਫੈਸਲਾ ਲਿਆ ਹੈ। 21 ਮਈ ਨੂੰ ਮੁੜ ਤੋਂ ਬੈਠਕ ਕਰਾਂਗੇ। ਜੇ ਉਦੋਂ ਤੱਕ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਆਕਸੀਜਨ ਦੀ ਘਾਟ ਨਾਲ ਮਰੀਜ਼ਾਂ ਦੀ ਮੌਤ ਦਾ ਮਾਮਲਾ ਥੰਮ ਨਹੀਂ ਰਿਹਾ। ਹੁਣ ਤਾਮਿਲਨਾਡੂ ਦੇ ਚੇਨਈ ਨੇੜੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਨਾਲ 13 ਮਰੀਜ਼ਾਂ ਦੀ ਜਾਨ ਚਲੇ ਜਾਣ ਦੀ ਖਬਰ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਦੋਸ਼ਾਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ ਹੈ। ਹਸਪਤਾਲ ਦੇ ਡੀਨ ਡਾਕਟਰ ਜੇ ਮੁਥੂ ਕੁਮਾਰਨ ਨੇ ਕਿਹਾ ਕਿ ਮਰਨ ਵਾਲਿਆਂ ਦੇ ਵਿੱਚ ਸਿਰਫ ਇੱਕ ਮਰੀਜ਼ ਹੀ ਕੋਰੋਨਾ ਨਾਲ ਪੀੜਤ ਸੀ, ਬਾਕੀ ਨਮੂਨੀਆ ਜਾਂ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸੀ। ਡੀਨ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਆਕਸੀਜਨ ਸਹੂਲਤ ਵਾਲੇ 325 ਬੈੱਡ ਨੇ। ਫਿਲਹਾਲ 447 ਮਰੀਜ਼ ਦਾਖਲ ਨੇ, ਜਿਨ੍ਹਾਂ ਵਿੱਚੋਂ 256 ਕੋਰੋਨਾ ਪੀੜਤ ਨੇ। ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਕੋਵਿਡ ਪੀੜਤ ਮਰੀਜ਼ਾਂ ਦੇ ਸਕੇ ਦੁਹਾਈ ਪਾਉਂਦੇ ਨਜ਼ਰ ਆ ਰਹੇ ਨੇ ਕਿ ਹਸਪਤਾਲ ਦੇ ICU ਵਿੱਚ ਮਰੀਜ਼ਾਂ ਨੂੰ ਬਰਿਆਂ ਛੱਡ ਕੇ ਹਸਪਤਾਲ ਦੇ ਡਾਕਟਰ ਤੇ ਸਟਾਫ ਉੱਥੋਂ ਰਫੂ ਚੱਕਰ ਹੋ ਗਏ। ਘਟਨਾ 30 ਅਪ੍ਰੈਲ ਨੂੰ ਵਾਪਰੀ ਹੈ, ਜਦੋਂ ਗੁਰੂਗ੍ਰਾਮ ਦੇ ਸੈਕਟਰ 56 ਸਥਿਤ ਕ੍ਰਿਤੀ ਹਸਪਤਾਲ ਦੇ ਵਿੱਚ ਦੇਰ ਰਾਤ 6 ਤੋਂ 8 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਜਿਨ੍ਹਾਂ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋਈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਨੇ ਆਕਸੀਜਨ ਦੀ ਪੂਰਤੀ ਲਈ ਕੋਈ ਇੰਤਜ਼ਾਮ ਨਹੀਂ ਕੀਤੇ, ਬਲਕਿ ਹਸਪਤਾਲ ਦਾ ਸਾਰਾ ਸਟਾਫ ਲੁਕ ਗਿਆ। ਜਦੋਂ ਪੀੜਤ ਪਰਿਵਾਰ ਆਪਣੇ ਮਰੀਜ਼ਾਂ ਦੀ ਭਾਲ ਕਰਨ ਤੇ ਹੰਗਾਮਾ ਕਰਨ ਲੱਗੇ ਤਾਂ ਪੁਲਿਸ ਮੌਕੇ ਤੇ ਪਹੁੰਚੀ। ਵਾਇਰਲ ਹੋਈ ਵੀਡੀਓ ਵਿੱਚ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰ ਚੀਕਦੇ ਸੁਣਾਈ ਦਿੰਦੇ ਨੇ। ਘਟਨਾ ਤੋਂ 6 ਦਿਨਾਂ ਬਾਅਦ ਵੀ ਪੁਲਿਸ ਵੱਲੋਂ ਹਸਪਤਾਲ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇੰਡੀਆ ਟੁਡੇ ਦੀ ਖਬਰ ਦੇ ਮੁਤਾਬਿਕ ਇਹ ਘਟਨਾ ਹੋਰ ਵੀ ਹੈਰਾਨ ਕਰਨ ਵਾਲੀ ਉਦੋਂ ਬਣ ਜਾਂਦੀ ਹੈ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਗੁਰੂਗ੍ਰਾਮ ਦੇ ਵਿੱਚ ਕੋਵਿਡ-19 ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਨੇ। ਕੋਰੋਨਾ ਵਾਇਰਸ ਦਾ ਵੇਰੀਐਂਟ ਹੈ ਜਿਹੜਾ ਨਵਾਂ, ਉਹ ਪੂਰੇ ਭਾਰਤ ਦੇ ਵਿੱਚ ਖਤਰਨਾਕ ਹੋ ਰਿਹਾ ਹੈ ਤੇ ਹੁਣ ਕੇਰਲਾ ਤੇ ਹਿਮਾਚਲ ਦੇ ਵਿੱਚ ਵੀ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਕੇਰਲਾ ਦੇ ਵਿੱਚ 8 ਮਈ ਨੂੰ ਸਵੇਰੇ 6 ਵਜੇ ਤੋਂ ਲਾਕਡਾਊਨ ਸ਼ੁਰੂ ਹੋ ਜਾਏਗਾ। ਮੁੱਖ ਮੰਤਰੀ ਪਿਨਰਾਈ ਵਿਜयन ਨੇ ਇਹ ਐਲਾਨ ਕੀਤਾ ਹੈ। ਕੇਰਲਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 7 ਮਈ ਤੋਂ 16 ਮਈ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਸੂਬੇ ਦੀਆਂ ਸਿੱਖਿਆ ਸੰਸਥਾਵਾਂ ਵੀ 31 ਮਈ ਤੱਕ ਬੰਦ ਰਹਿਣਗੀਆਂ, ਯਾਨੀ ਕਿ ਹਿਮਾਚਲ ਦੀਆਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਹ ਫੈਸਲਾ ਸੁਣਾਇਆ ਹੈ। ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਤੋਂ ਹੀ ਲਾਕਡਾਊਨ ਲੱਗਿਆ ਹੋਇਆ ਹੈ। ਉੱਤਰ ਪ੍ਰਦੇਸ਼, ਉੜੀਸਾ ਅਤੇ ਪੰਜਾਬ ਵਰਗੇ ਸੂਬਿਆਂ ਦੇ ਵਿੱਚ, ਹਰਿਆਣਾ ਦੇ ਵਿੱਚ ਵੀ ਲਾਕਡਾਊਨ ਲੱਗਿਆ ਹੋਇਆ ਹੈ। ਹਾਲਾਂਕਿ ਲਾਕਡਾਊਨ ਦੇ ਰੂਪ ਵੱਖਰੇ ਨੇ। RLD ਯਾਨੀ ਕਿ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਮੰਗਲਵਾਰ ਰਾਤ ਨੂੰ ਕੋਰੋਨਾ ਕਰਕੇ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। 82 ਵਰ੍ਹਿਆਂ ਦੀ ਉਮਰ ਸੀ। ਉੱਤਰ ਪ੍ਰਦੇਸ਼ ਦੇ ਉੱਘੇ ਲੀਡਰ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਤੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਅਜੀਤ ਸਿੰਘ ਦੀ ਹਾਲਤ ਫੇਫੜਿਆਂ ਦੀ ਇਨਫੈਕਸ਼ਨ ਵਧਣ ਦੇ ਕਾਰਨ ਖਰਾਬ ਹੋਈ ਤੇ ਮੰਗਲਵਾਰ ਰਾਤ ਨੂੰ ਆਖਰੀ ਸਾਹ ਲਏ। ਅਮਰੀਕਾ ਨੇ ਮੁੜ ਤੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਆਪਣੇ ਨਾਗਰਿਕਾਂ ਨੂੰ। ਕਿਹਾ ਕਿ ਜਿਹੜੇ ਅਮਰੀਕਾ ਦੇ ਨਾਗਰਿਕ ਨੇ ਉਹ ਭਾਰਤ ਦੀ ਯਾਤਰਾ ਨਾ ਕਰਨ। ਐਮਰਜੈਂਸੀ ਨਾ ਹੋਵੇ ਤਾਂ ਭਾਰਤ ਦੀ ਯਾਤਰਾ ਬਿਲਕੁਲ ਨਾ ਕੀਤੀ ਜਾਵੇ। ਇਹ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ। ਹਾਲਾਂਕਿ 4 ਮਈ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਸਾਰੀਆਂ ਉਡਾਣਾਂ ਤੇ ਜਿਹੜੀ ਰੋਕ ਲਾਈ ਗਈ ਸੀ ਉਹ ਵੀ ਲਾਗੂ ਹੋ ਚੁੱਕੀ ਹੈ। ਸ਼੍ਰੀਲੰਕਾ ਨੇ ਵੀ ਭਾਰਤ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ, ਯਾਨੀ ਕਿ ਹੁਣ ਉਹਨਾਂ ਦੇਸ਼ਾਂ ਦੀ ਲਾਈਨ ਹੈ ਜਿਹੜੀ ਉਹ ਲੰਬੀ ਹੁੰਦੀ ਜਾ ਰਹੀ ਹੈ ਜਿਨ੍ਹਾਂ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਬੈਨ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੋਵਿਡ-19 ਵੈਕਸੀਨ ਨੂੰ ਬੌਧਿਕ ਜਾਇਦਾਦ ਪੇਟੈਂਟ ਤੋਂ ਮੁਕਤ ਰੱਖਣ ਦਾ ਐਲਾਨ ਕਰ ਦਿੱਤਾ ਹੈ। ਇਹ ਅਹਿਮ ਐਲਾਨ ਕੋਰੋਨਾ ਮਹਾਮਾਰੀ ਦੀ ਜੰਗ ਜਿੱਤਣ ਦੇ ਵਿੱਚ ਬੜਾ ਹੀ ਖਾਸ ਮੰਨਿਆ ਜਾ ਰਿਹਾ ਹੈ। ਇਸ ਦਾ WTO ਅਤੇ WHO ਨੇ ਵੀ ਸਵਾਗਤ ਕੀਤਾ ਹੈ। ਭਾਰਤ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਵਰਗੇ ਮੁਲਕ ਕੌਮਾਂਤਰੀ ਪੱਧਰ ਤੇ ਮੰਗ ਕਰ ਰਹੇ ਸੀ ਕਿ ਕੋਵਿਡ ਵੈਕਸੀਨ ਨੂੰ ਪੇਟੈਂਟ ਤੋਂ ਮੁਕਤ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਮਹਾਮਾਰੀ ਵਿੱਚ ਲੜਨ ਦੇ ਵਿੱਚ ਮਦਦ ਮਿਲੇ। ਵਿਸ਼ਵ ਵਪਾਰ ਸੰਸਥਾ ਯਾਨੀ ਕਿ WTO ਦੇ ਵਿੱਚ ਅਮਰੀਕਾ ਪ੍ਰਸਤਾਵ ਦੇ ਖਿਲਾਫ ਸੀ ਕਿ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਇਸ ਨੂੰ ਪੇਟੈਂਟ ਤੋਂ ਮੁਕਤ ਕਰ ਦਿੱਤਾ ਜਾਵੇ, ਪਰ ਜੋ ਬਾਈਡਨ ਤੇ ਇਸ ਮਸਲੇ ਨੂੰ ਲੈ ਕੇ ਦਬਾਅ ਵੀ ਬਣਿਆ ਹੋਇਆ ਸੀ। WTO ਵਿੱਚ ਅਮਰੀਕਾ ਦੇ ਵਣਜ ਦੂਤ ਕੈਥਰੀਨ ਤਾਈ ਨੇ ਕਿਹਾ ਕਿ ਬਹੁਤ ਹੀ ਅਸਧਾਰਨ ਸਮਾਂ ਹੈ ਤੇ ਅਸੀਂ ਅਸਧਾਰਨ ਫੈਸਲਾ ਲਿਆ ਹੈ। ਅਮਰੀਕਾ ਨੇ ਕੋਵਿਡ-19 ਵੈਕਸੀਨ ਨੂੰ ਬੌਧਿਕ ਜਾਇਦਾਦ ਪੇਟੈਂਟ ਤੋਂ ਬਾਹਰ ਰੱਖਣ ਦਾ ਸਮਰਥਨ ਕੀਤਾ ਤਾਂ ਜੋ ਮਹਾਮਾਰੀ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇ। ਉਹਨਾਂ ਕਿਹਾ ਕਿ ਅਸੀਂ ਬੌਧਿਕ ਜਾਇਦਾਦ ਦੇ ਪੇਟੈਂਟ ਦੇ ਵਿੱਚ ਪੂਰਾ ਯਕੀਨ ਰੱਖਦੇ ਹਾਂ, ਪਰ ਕੋਵਿਡ-19 ਵੈਕਸੀਨ ਦੇ ਵਿੱਚ ਛੋਟ ਦੇ ਰਹੇ ਹਾਂ ਤਾਂ ਕਿ ਪੂਰੀ ਦੁਨੀਆ ਨੂੰ ਇਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲ ਸਕੇ। ਸਾਡਾ ਉਦੇਸ਼ ਹੈ ਕਿ ਦੁਨੀਆ ਭਰ ਦੇ ਵਿੱਚ ਲੋਕਾਂ ਤੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਪਹੁੰਚੇ। ਅਸੀਂ ਵੈਕਸੀਨ ਲਈ ਕੱਚੇ ਮਾਲ ਦੇ ਉਤਪਾਦਨ ਨੂੰ ਵੀ ਵਧਾਵਾਂਗੇ।
ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਪੇਟੈਂਟ ਦੇ ਵਿੱਚ ਛੋਟ ਦੇਣ ਦੇ ਨਾਲ ਹੀ ਵੈਕਸੀਨ ਦੀ ਸਪਲਾਈ 'ਚ ਵਾਧਾ ਨਹੀਂ ਹੋਵੇਗਾ। ਇਸ ਲਈ ਤਕਨੀਕ ਟ੍ਰਾਂਸਫਰ ਵੀ ਜ਼ਰੂਰੀ ਹੋਵੇਗੀ ਤੇ ਤਕਨੀਕ ਦੇ ਇਸਤੇਮਾਲ ਨੂੰ ਵੀ ਸਿੱਖਣਾ ਪਵੇਗਾ। ਕੋਵਿਡ ਵੈਕਸੀਨ ਨੂੰ ਪੇਟੈਂਟ ਮੁਕਤ ਰੱਖਣ ਨਾਲ ਭਾਰਤ ਵਿੱਚ ਵੈਕਸੀਨ ਦਾ ਉਤਪਾਦਨ ਵਧੇਗਾ ਤੇ ਕਈ ਤਰ੍ਹਾਂ ਦੀ ਵੈਕਸੀਨ ਹੈ ਜਿਹੜੀ ਉਹ ਬਣ ਸਕੇਗੀ। ਭਾਰਤ 1 ਅਰਬ 30 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਤੇ ਅਮਰੀਕਾ ਦੇ ਇਸ ਫੈਸਲੇ ਨਾਲ ਵਪਾਰਿਕ ਪੈਮਾਨਿਆਂ ਦੇ ਉੱਤੇ ਟੀਕਾਕਰਨ ਮੁਹਿੰਮ ਚਲਾਉਣ ਦੇ ਵਿੱਚ ਭਾਰਤ ਨੂੰ ਵੱਡੀ ਮਦਦ ਮਿਲੇਗੀ। ਅਮਰੀਕਾ ਦੇ ਇਸ ਫੈਸਲੇ ਦਾ WHO ਨੇ ਸਵਾਗਤ ਕੀਤਾ ਹੈ। WHO ਮੁਖੀ ਨੇ ਕਿਹਾ ਕਿ ਇਹ ਇੱਕ ਪ੍ਰਭਾਵਸ਼ਾਲੀ ਲੀਡਰਸ਼ਿਪ ਦਾ ਫੈਸਲਾ ਹੈ ਤੇ ਜੋ ਕਿ ਦੁਨੀਆ ਦੀਆਂ ਸਿਹਤ ਚਿੰਤਾਵਾਂ ਨੂੰ ਸਮਝਦਾ ਹੈ। ਉਹਨਾਂ ਕਿਹਾ ਕਿ ਇਹ ਇੱਕ ਇਤਿਹਾਸਿਕ ਫੈਸਲਾ ਹੈ ਜਿਸ ਦੇ ਨਾਲ ਦੁਨੀਆ ਦੇ ਵਿੱਚ ਹਰ ਇੱਕ ਨੂੰ ਔਖੇ ਸਮੇਂ ਦੇ ਵਿੱਚ ਮਦਦ ਮਿਲੇਗੀ। ਕੈਨੇਡਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। AP ਦੀ ਰਿਪੋਰਟ ਦੇ ਮੁਤਾਬਿਕ ਹੈਲਥ ਕੈਨੇਡਾ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਸੁਪ੍ਰਿਆ ਸ਼ਰਮਾ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰਿਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਾਲ ਬਾਇਓਟੈਕ SC ਦੇ ਨਾਲ ਰਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਟੀਕਾ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। AP ਦੇ ਮੁਤਾਬਿਕ ਕੰਪਨੀ ਨੇ ਕਿਹਾ ਕਿ ਬੱਚਿਆਂ ਦੇ ਨਾਲ ਹਾਲਾਂਕਿ ਜਵਾਨਾਂ ਦੇ ਵਿੱਚ ਵੀ ਇਸ ਦੇ ਮਾੜੇ ਪ੍ਰਭਾਵ ਦੇਖੇ ਗਏ ਨੇ ਜਿਸ ਦੇ ਵਿੱਚ ਬੁਖਾਰ, ਦਰਦ, ਠੰਡ ਤੇ ਥਕਾਵਟ ਸ਼ਾਮਿਲ ਹੈ। ਹਾਲਾਂਕਿ ਲੰਬੇ ਸਮੇਂ ਦੀ ਸੁਰੱਖਿਆ ਲਈ ਇਹ ਜਿਹੜਾ ਅਧਿਐਨ ਹੈ 2 ਸਾਲਾਂ ਦੇ ਲਈ ਚੱਲੇਗਾ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਟੀਕਾਕਰਨ ਤੇਜ਼ ਕਰ ਦਿੱਤਾ ਗਿਆ। IPL ਰੱਦ ਹੋਣ ਤੋਂ ਬਾਅਦ ਭਾਰਤ ਵਿੱਚ ਫਸੇ ਆਸਟ੍ਰੇਲੀਆ ਦੇ ਕ੍ਰਿਕਟਰਸ ਨੂੰ ਮਾਲਦੀਵ ਭੇਜ ਦਿੱਤਾ ਗਿਆ। ਇਸ ਦੀ ਪੁਸ਼ਟੀ ਕ੍ਰਿਕਟ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕ੍ਰਿਕਟਰਸ ਐਸੋਸੀਏਸ਼ਨ ਨੇ ਦਿੱਤੀ ਹੈ। ਭਾਰਤ ਵਿੱਚ ਫਸੇ ਆਸਟ੍ਰੇਲੀਆਈ ਕ੍ਰਿਕਟਰਸ, ਕੋਚ, ਮੈਚ ਅਧਿਕਾਰੀਆਂ ਅਤੇ ਕਮੈਂਟੇਟਰਸ ਨੂੰ ਮਾਲਦੀਵ ਭੇਜ ਦਿੱਤਾ ਗਿਆ। ਇਹ ਸਾਰੇ ਲੋਕ ਉਦੋਂ ਤੱਕ ਮਾਲਦੀਵ ਰਹਿਣਗੇ ਜਦੋਂ ਤੱਕ ਆਸਟ੍ਰੇਲੀਆ ਦੀ ਸਰਕਾਰ ਉਡਾਣਾਂ ਦੀ ਇਜਾਜ਼ਤ ਨਹੀਂ ਦੇ ਦਿੰਦੀ। ਭਾਰਤ ਵਿੱਚ ਵਧਦੇ ਕਰੋਨਾ ਦੇ ਮਸਲਿਆਂ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ 15 ਮਈ ਤੱਕ ਲਈ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਵੀ ਸਖਤ ਹੁਕਮ ਲਾਗੂ ਕਰ ਦਿੱਤਾ ਹੈ ਕਿ ਜਿਹੜੇ ਸਾਡੇ ਆਪਣੇ ਨਾਗਰਿਕ ਹੈਗੇ ਨੇ ਜਿਹੜੇ ਭਾਰਤ ਗਏ ਹੋਏ ਨੇ ਉਹ ਵੀ ਆਸਟ੍ਰੇਲੀਆ ਨਾ ਮੁੜਨ, ਨਹੀਂ ਤਾਂ ਸਜ਼ਾ ਅਤੇ ਜੁਰਮਾਨਾ ਹੋਵੇਗਾ। ਦੋਵੇਂ ਸੰਸਥਾਵਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਤੋਂ ਅਸੀਂ ਕਿਸੇ ਕਿਸਮ ਦੀ ਛੋਟ ਦੀ ਮੰਗ ਨਹੀਂ ਕਰ ਰਹੇ। ਭਾਰਤ ਵਿੱਚ ਕਰੋਨਾ ਦੇ ਵੱਧਦੇ ਕੇਸਾਂ ਕਰਕੇ IPL ਰੱਦ ਕਰ ਦਿੱਤਾ ਗਿਆ ਹੈ, ਮੁਲਤਵੀ ਕਰ ਦਿੱਤਾ ਗਿਆ ਹੈ ਤੇ IPL ਦੇ ਵਿੱਚ ਕਈ ਆਸਟ੍ਰੇਲੀਆਈ ਖਿਡਾਰੀ ਹਿੱਸਾ ਲੈ ਰਹੇ ਸੀ। ਇਹਨਾਂ ਵਿੱਚ ਟੀਮ ਦੇ ਨਾਲ ਜੁੜੇ ਕੋਚ ਅਤੇ ਕਮੈਂਟੇਟਰਸ ਵੀ ਸ਼ਾਮਲ ਸਨ। ਦੋਵਾਂ ਸੰਸਥਾਵਾਂ ਨੇ BCCI ਦਾ ਧੰਨਵਾਦ ਵੀ ਕੀਤਾ ਹੈ। ਹਾਲਾਂਕਿ ਚੇਨਈ ਸੁਪਰ ਕਿੰਗਸ ਦੇ ਬੈਟਿੰਗ ਕੋਚ ਮਾਈਕਲ ਹਸੀ ਹਜੇ ਭਾਰਤ ਵਿੱਚ ਹੀ ਰਹਿਣਗੇ ਕਿਉਂਕਿ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਪਿਛਲੇ ਦਿਨੀ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਤੇ IPL ਦੇ ਵਿੱਚ ਕਮੈਂਟਰੀ ਕਰ ਰਹੇ ਮਾਈਕਲ ਸਲੇਟਰ ਨੇ ਆਸਟ੍ਰੇਲੀਆ ਦੀ ਸਰਕਾਰ ਦੇ ਫੈਸਲੇ ਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਤਿੱਖੇ ਸ਼ਬਦਾਂ ਦੇ ਵਿੱਚ ਮੈਸੇਜ ਵੀ ਭੇਜਿਆ ਸੀ। ਸੁਪਰੀਮ ਕੋਰਟ ਦੇ ਵਿੱਚ ਆਕਸੀਜਨ ਦੀ ਕਮੀ ਨੂੰ ਲੈ ਕੇ ਲਗਾਤਾਰ ਸੁਣਵਾਈ ਚੱਲ ਰਹੀ ਹੈ। ਅਦਾਲਤ ਦੇ ਵਿੱਚ ਕੇਂਦਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤੀਸਰੀ ਲਹਿਰ ਆਉਣ ਦੀ ਵੀ ਚਰਚਾ ਹੋ ਰਹੀ ਹੈ। ਅਜਿਹੇ ਵਿੱਚ ਸਰਕਾਰ ਸੁਨਿਸ਼ਚਿਤ ਕਰੇ ਕਿ ਦਿੱਲੀ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ। ਕੋਰਟ ਨੇ ਤੀਸਰੀ ਲਹਿਰ ਦੇ ਵਿੱਚ ਬੱਚਿਆਂ ਦੇ ਸੰਕਰਮਿਤ ਹੋਣ ਦੇ ਖਦਸ਼ੇ ਤੇ ਚਿੰਤਾ ਜਤਾਈ ਤੇ ਕਿਹਾ ਕਿ ਤੁਹਾਨੂੰ ਪਹਿਲਾਂ ਹੀ ਤੀਸਰੀ ਲਹਿਰ ਨੂੰ ਲੈ ਕੇ ਯੋਜਨਾ ਬਣਾਉਣੀ ਹੋਵੇਗੀ। ਸੁਪਰੀਮ ਕੋਰਟ ਦਾ ਇਹ ਬਿਆਨ ਉਸ ਦਰਮਿਆਨ ਆਇਆ ਜਦੋਂ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੇ ਰਾਘਵਨ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਕੋਵਿਡ ਫੈਲਿਆ ਹੋਇਆ ਉਸ ਨੂੰ ਦੇਖਦੇ ਹੋਏ ਕਰੋਨਾ ਦੀ ਤੀਸਰੀ ਲਹਿਰ ਦਾ ਆਉਣਾ ਤੈਅ ਹੈ। ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਜੇ ਰਾਘਵਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਤੀਸਰੀ ਲਹਿਰ ਕਦੋਂ ਆਏਗੀ ਤੇ ਕਿੰਨੀ ਖਤਰਨਾਕ ਹੋਏਗੀ, ਪਰ ਇਸ ਦੇ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ। ਪਰ ਇਸ ਦੇ ਲਈ ਵੱਡੀ ਤਿਆਰੀ ਤਾਂ ਸਰਕਾਰ ਦੀ ਚਾਹੀਦੀ ਹੈ ਜਿਹੜੀ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿਹਾ ਕਿ ਤੁਸੀਂ ਤੀਸਰੀ ਲਹਿਰ ਦੇ ਲਈ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਰਕੇ ਰੱਖੋ। ਦੂਜੀ ਲਹਿਰ ਵਾਂਗੂ ਹਾਲਾਤ ਨਹੀਂ ਹੋਣੇ ਚਾਹੀਦੇ। ਦੂਸਰੀ ਲਹਿਰ ਇੰਨੀ ਖਤਰਨਾਕ ਕਿਉਂ ਹੈ, ਇਸ ਤੇ ਵੀ ਵਿਜੇ ਰਾਘਵਨ ਨੇ ਦੱਸਿਆ ਕਿ ਅਸੀਂ ਹਾਲਾਤਾਂ ਨੂੰ ਬਹੁਤ ਹੀ ਹਲਕੇ ਵਿੱਚ ਲਿਆ ਜਿਸ ਨਾਲ ਵਾਇਰਸ ਨੂੰ ਫੈਲਣ ਦੇ ਵਿੱਚ ਮੌਕਾ ਮਿਲ ਗਿਆ। ਇਹ ਜਿਹੜੇ ਹਲਕੇ ਦੇ ਵਿੱਚ ਲੈਣ ਦੇ ਵਿੱਚ ਚੋਣ ਰੈਲੀਆਂ ਵੀ ਸ਼ਾਮਿਲ ਨੇ ਜਿਸ ਦੇ ਵਿੱਚ ਸਰਕਾਰ ਖੁਦ ਸ਼ਾਮਿਲ ਸੀ। ਯੂਪੀ ਦੇ ਵਾਰਾਣਸੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਝੰਬੇ ਲੋਕ ਕਹਿ ਰਹੇ ਨੇ ਕਿ ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡ ਦਿੱਤਾ ਹੈ। ਵਾਰਾਣਸੀ ਦੁਨੀਆ ਭਰ ਦੇ ਵਿੱਚ ਹਿੰਦੂਆਂ ਦੀਆਂ ਪਵਿੱਤਰ ਥਾਵਾਂ ਦੇ ਵਿੱਚੋਂ ਇੱਕ ਹੈ
ਹੈ ਤੇ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਤੋਂ ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੇ ਜਿਹੜੇ ਉਹ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਨੇ ਤੇ ਅਹਿਮ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਸਦੀ ਇਲਾਕਾ ਹੈ, ਯਾਨੀ ਕਿ ਨਰਿੰਦਰ ਮੋਦੀ ਨੇ ਇਥੋਂ ਚੋਣ ਲੜੀ ਸੀ। ਉੱਤਰ ਪ੍ਰਦੇਸ਼ ਦੇ ਲੋਕ ਇਸ ਵਕਤ ਕਾਫੀ ਗੁੱਸੇ ਵਿੱਚ ਨੇ ਤੇ ਪੁੱਛ ਰਹੇ ਨੇ ਕਿ ਲੋੜ ਦੇ ਸਮੇਂ ਸਾਡੇ ਸੰਸਦ ਮੈਂਬਰ, ਸਾਡੇ MP ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਿਰਕਾਰ ਕਿੱਥੇ ਨੇ। ਲੋਕ ਕਹਿ ਰਹੇ ਨੇ ਵਾਰਾਣਸੀ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਾਰਾਣਸੀ ਅਤੇ ਪੂਰੇ ਯੂਪੀ ਦੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਕਿਧਰੇ ਜਾ ਕੇ ਲੁਕ ਗਏ ਨੇ। ਸਥਾਨਕ BJP ਦੇ ਲੀਡਰ ਵੀ ਲੁਕ ਗਏ ਨੇ, ਉਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਦਿੱਤੇ ਨੇ। ਇਹ ਤਾਂ ਉਹ ਸਮਾਂ ਜਦੋਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਬੈੱਡਾਂ ਜਾਂ ਫਿਰ ਆਕਸੀਜਨ ਸਿਲੰਡਰਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ, ਪਰ ਇੱਥੇ ਪੂਰੀ ਤਰ੍ਹਾਂ ਅਰਾਜਕਤਾ ਫੈਲੀ ਹੋਈ ਹੈ। ਲੋਕ ਬਹੁਤ ਗੁੱਸੇ ਵਿੱਚ ਨੇ, ਪਰ ਮੋਦੀ ਤੇ ਯੋਗੀ ਛੁਪੇ ਹੋਏ ਨੇ। ਪੰਜਾਬ ਦੇ ਹੁਸ਼ਿਆਰਪੁਰ ਤੋਂ ਖਬਰ ਹੈ, ਜਿੱਥੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। 6 ਮਈ ਦੀ ਬਾਅਦ ਦੁਪਹਿਰ ਹੁਸ਼ਿਆਰਪੁਰ ਚੰਡੀਗੜ੍ਹ ਸੜਕ ਤੇ ਪਿੰਡ ਜੈਤਪੁਰ ਦੇ ਅੱਡੇ ਦੇ ਵਿੱਚ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਵਿੱਚ ਪਤੀ, ਪਤਨੀ ਅਤੇ ਉਹਨਾਂ ਦੇ 3 ਛੋਟੇ ਬੱਚੇ ਸ਼ਾਮਲ ਨੇ। ਦੁਪਹਿਰ ਕਰੀਬ 2:30 ਵਜੇ ਲਿੰਕ ਸੜਕ ਤੋਂ ਹਾਈਵੇ ਤੇ ਚੜ ਰਹੇ ਮੋਟਰਸਾਈਕਲ ਦੀ ਹਾਈਵੇ ਤੇ ਜਾ ਰਹੀ ਕਾਰ ਦੇ ਨਾਲ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਪੂਰੇ ਪਰਿਵਾਰ ਦੀ ਥਾਂ ਤੇ ਮੌਤ ਹੋ ਗਈ। ਮੋਟਰਸਾਈਕਲ ਪਿੰਡ ਬਾੜੀਆ ਕਲਾਂ ਦੇ ਵੱਲੋਂ ਆ ਰਿਹਾ ਸੀ। ਜਦੋਂ ਪਿੰਡ ਜੈਤਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਟਰੈਕਟਰ ਟਰਾਲੀ ਤੋਂ ਅੱਗੇ ਲੰਘਦਾ ਹੋਇਆ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਨਾਲ ਟਕਰਾ ਗਿਆ। ਮੋਟਰਸਾਈਕਲ ਸਵਾਰ ਕਈ ਫੁੱਟ ਦੂਰ ਸੜਕ ਤੇ ਜਾ ਡਿੱਗੇ ਤੇ ਸਾਰਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਕਾਰ ਵੀ ਬੇਕਾਬੂ ਹੋ ਕੇ ਦਰਖਤ ਵਿੱਚ ਜਾ ਵੱਜੀ ਤੇ ਕਾਰ 'ਚ ਸਵਾਰ ਦੋਵੇਂ ਵਿਅਕਤੀ ਵੀ ਜ਼ਖਮੀ ਹੋ ਗਏ। ਉਹਨਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹਨਾਂ ਨੂੰ ਵੀ ਕਾਰ ਦੇ ਵਿੱਚੋਂ ਬੜੀ ਹੀ ਮੁਸ਼ਕਿਲ ਦੇ ਨਾਲ ਸਥਾਨਕ ਲੋਕਾਂ ਨੇ ਕੱਢਿਆ। ਮੋਟਰਸਾਈਕਲ ਚਾਲਕ ਦੀ ਪਛਾਣ ਰਾਜੇਸ਼ ਕੁਮਾਰ, ਉਮਰ 29 ਸਾਲ, ਰਾਜਸਥਾਨ ਦਾ ਰਹਿਣ ਵਾਲਾ ਸੀ। ਪਤਨੀ ਕਮਲਦੀਪ ਕੌਰ, ਬੱਚੇ ਇਸ਼ਿਕਾ, ਅਨਾਨਿਆ ਤੇ ਮਿਸ਼ੂ ਵਜੋਂ ਹੋਈ ਹੈ। ਉਹਨਾਂ ਦੇ ਬੱਚਿਆਂ ਦੀ ਉਮਰ ਮਹਿਜ਼ 8 ਸਾਲ, 6 ਸਾਲ ਤੇ 5 ਸਾਲ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚੋਂ ਪਿਛਲੇ ਦਿਨੀ ਫਰਾਰ ਹੋਏ 3 ਵਿੱਚੋਂ ਇੱਕ ਕੈਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਪਟਿਆਲਾ ਤੇ ਕਪੂਰਥਲਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ। ਕਪੂਰਥਲਾ ਦੇ ਨੇੜਿਓਂ ਗ੍ਰਿਫਤਾਰੀ ਹੋਈ ਹੈ। ਪਟਿਆਲਾ ਦੇ SSP ਵਿਕਰਮਜੀਤ ਸਿੰਘ ਦੁੱਗਲ ਨੇ ਇਸ ਦੀ ਪੁਸ਼ਟੀ ਕੀਤੀ ਹੈ। 5 ਸੂਬਿਆਂ ਦੇ ਵਿੱਚ ਵੋਟਾਂ ਖਤਮ ਹੋਈਆਂ, ਸਰਕਾਰਾਂ ਨਵੀਆਂ ਬਣ ਗਈਆਂ। ਉਸ ਤੋਂ ਬਾਅਦ ਲਗਾਤਾਰ ਹਰ ਦਿਨ ਪੈਟਰੋਲ ਤੇ ਡੀਜ਼ਲ ਦੇ ਭਾਅ ਵੱਧ ਰਹੇ ਨੇ। ਪੈਟਰੋਲ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵੱਧ ਗਿਆ ਹੈ। ਤੇਲ ਕੰਪਨੀਆਂ ਦੇ ਮੁਤਾਬਿਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵੱਧ ਰਹੇ ਨੇ, ਇਸ ਕਰਕੇ ਹੀ ਇਹ ਕੀਮਤਾਂ ਵੱਧ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਸਮਾਂ 5 ਸੂਬਿਆਂ ਦੇ ਵਿੱਚ ਚੋਣਾਂ ਸੀ, ਉਸ ਦੌਰਾਨ ਇੱਕ ਵਾਰੀ ਵੀ ਵਾਧਾ ਨਹੀਂ ਕੀਤਾ ਗਿਆ। ਜਿਵੇਂ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ, ਉਸ ਤੋਂ ਬਾਅਦ ਲਗਾਤਾਰ ਹੁਣ ਪੈਟਰੋਲ ਤੇ ਡੀਜ਼ਲ ਮਹਿੰਗੇ ਹੋਣ ਲੱਗ ਪਏ ਨੇ। ਮੌਸਮ ਦੀ ਗੱਲ ਕਰ ਲਈਏ ਤਾਂ ਕੇਂਦਰੀ ਧਰਤ ਵਿਗਿਆਨ ਮੰਤਰਾਲੇ ਦੇ ਸਕੱਤਰ M ਰਾਜੀਵਨ ਨੇ ਕਿਹਾ ਕਿ ਇਸ ਸਾਲ 1 ਜੂਨ ਨੂੰ ਮੌਨਸੂਨ ਕੇਰਲਾ ਪਹੁੰਚ ਜਾਏਗਾ। ਭਾਰਤੀ ਮੌਸਮ ਵਿਭਾਗ 15 ਮਈ ਨੂੰ ਅਧਿਕਾਰਿਤ ਤੌਰ ਤੇ ਮੌਨਸੂਨ ਦੀ ਭਵਿੱਖਬਾਣੀ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਖਿਲਾਫ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਜੁਡੀਸ਼ੀਅਰੀ ਦੇ ਹੁਕਮ ਦਾ ਹਿੱਸਾ ਨਹੀਂ ਹਨ, ਇਸ ਲਈ ਇਹਨਾਂ ਨੂੰ ਹਟਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਦਾਲਤ ਨੇ ਕਿਹਾ ਹੈ ਕਿ ਮੀਡੀਆ ਨੂੰ ਅਦਾਲਤ ਦੀ ਕਾਰਵਾਈ ਦੀ ਰਿਪੋਰਟਿੰਗ ਕਰਨ ਦਾ ਪੂਰਾ ਹੱਕ ਹੈ। ਹਾਲਾਂਕਿ ਉਸਨੇ ਕੋਰੋਨਾ ਫੈਲਣ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਦਾਰ ਕਰਾਰ ਦੇਣ ਵਾਲੀ ਮਦਰਾਸ ਹਾਈ ਕੋਰਟ ਦੀ ਟਿੱਪਣੀ ਨੂੰ ਸਖਤ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਬਾਰੇ ਕਿਹਾ ਕਿ ਅਜਿਹੀਆਂ ਬਗੈਰ ਸੋਚੇ ਸਮਝੇ ਕੀਤੀਆਂ ਟਿੱਪਣੀਆਂ ਦੇ ਨਾਲ ਭੁਲੇਖੇ ਪੈਦਾ ਹੋ ਜਾਂਦੇ ਨੇ। ਸਰਵਉੱਚ ਅਦਾਲਤ ਨੇ ਕਿਹਾ ਕਿ ਮੀਡੀਆ ਨੂੰ ਸੁਣਵਾਈ ਦੌਰਾਨ ਕੀਤੀਆਂ ਟਿੱਪਣੀਆਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਦਿੱਲੀ ਤੋਂ ਖਬਰ ਹੈ, ਜਿੱਥੇ ਲੋਕਾਂ ਨੂੰ ਦਿਲਾਸਾ ਦੇਣ ਵਾਲੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਮੀ ਤੋਂ ਘਬਰਾਉਣ ਦੀ ਹੁਣ ਲੋੜ ਨਹੀਂ ਹੈ, ਕਿਉਂਕਿ ਲੋਕਾਂ ਨੂੰ ਘਰ ਦੇ ਵਿੱਚ ਹੀ ਐਮਰਜੈਂਸੀ ਆਕਸੀਜਨ ਪਹੁੰਚਾਉਣ ਦੇ ਲਈ ਕੇਜਰੀਵਾਲ ਸਰਕਾਰ ਇੱਕ ਆਕਸੀਜਨ ਪੂਲ ਬਣਾਏਗੀ। DM ਖੁਦ ਆਕਸੀਜਨ ਪੂਲ ਦੀ ਨਿਗਰਾਨੀ ਕਰੇਗਾ। DM ਕੋਵਿਡ ਮਰੀਜ਼ ਦੀ ਗੰਭੀਰਤਾ ਬਾਰੇ ਫੈਸਲਾ ਲੈਣਗੇ ਤੇ ਤੈਅ ਕਰਨਗੇ ਕਿ ਕਿਹੜੇ ਘਰੇ ਆਕਸੀਜਨ ਦੇਣੀ ਹੈ, ਕਿਹੜੇ ਨਹੀਂ। ਸਿਹਤ ਵਿਭਾਗ ਨੇ ਦਿੱਲੀ ਦੇ ਹਰ ਜ਼ਿਲ੍ਹੇ ਨੂੰ 20 ਆਕਸੀਜਨ ਸਿਲੰਡਰਾਂ ਦਾ ਕੋਟਾ ਦਿੱਤਾ ਹੈ।
ਆਕਸੀਜਨ ਸਿਲੰਡਰ ਘਰ ਘਰ ਕਿਵੇਂ ਪਹੁੰਚਾਏ ਜਾਣਗੇ। ਇਸ ਵਕਤ ਦਿੱਲੀ ਦੇ ਵਿੱਚ 50,000 ਤੋਂ ਵੱਧ ਮਰੀਜ਼ ਹੋਮ ਆਈਸੋਲੇਸ਼ਨ ਦੇ ਵਿੱਚ ਨੇ। ਜੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ ਤਾਂ ਹਰ ਕੋਈ ਹਸਪਤਾਲ ਪਹੁੰਚੇਗਾ ਤਾਂ ਭੀੜ ਵਧੇਗੀ। ਅਜਿਹੇ ਹਾਲਾਤਾਂ ਦੇ ਵਿੱਚ ਦਿੱਲੀ ਸਰਕਾਰ ਮਰੀਜ਼ਾਂ ਨੂੰ ਘਰ ਘਰ ਆਕਸੀਜਨ ਦੇਣ ਜਾ ਰਹੀ ਹੈ, ਪਰ ਇਹ ਜਿਹੜਾ ਫਾਰਮੂਲਾ ਕਿੰਨਾ ਕੁ ਸਕਸੈਸ ਹੋਏਗਾ, ਇਹ ਇੱਕ ਵੱਡੀ ਚੁਣੌਤੀ ਹੋਏਗੀ ਦਿੱਲੀ ਸਰਕਾਰ ਦੇ ਲਈ। ਇਸ ਦੇ ਲਈ ਦਿੱਲੀ ਸਰਕਾਰ ਨੇ ਸਪਲਾਈ ਵਿੱਚ ਸਹਾਇਤਾ ਲਈ ਖਾਲੀ ਆਕਸੀਜਨ ਸਿਲੰਡਰ ਕਰਨ ਦੀ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਆਸ਼ੀਸ਼ ਕੁੰਦਰਾ ਦੇ ਮੁਤਾਬਿਕ ਰਾਜਘਾਟ DTC ਬੱਸ ਡਿਪੂ ਨੂੰ ਇੱਕ ਕੇਂਦਰ ਬਣਾਇਆ ਗਿਆ ਜਿੱਥੇ ਆਕਸੀਜਨ ਸਿਲੰਡਰ ਲੋਕ ਦਾਨ ਕਰ ਸਕਦੇ ਨੇ। ਇੱਕ ਨੰਬਰ ਵੀ ਦਿੱਤਾ ਗਿਆ ਜਿਸ ਤੇ ਦਿੱਲੀ ਦੇ ਲੋਕ ਫੋਨ ਕਰ ਸਕਦੇ ਨੇ। ਇਹ ਨੰਬਰ ਹੈ 011 232 70 718 011 232 70 718। ਰਜਿਸਟ੍ਰੇਸ਼ਨ ਤੁਸੀਂ ਕਿਵੇਂ ਕਰਵਾਉਣੀ ਹੈ ਸਿਲੰਡਰ ਲੈਣ ਦੇ ਲਈ, ਉਹਦੇ ਲਈ ਤੁਹਾਨੂੰ www.delhi.gov.in ਦੇ ਉੱਤੇ ਜਾਣਾ ਪਵੇਗਾ। ਇਹ ਪੋਰਟਲ ਖੋਲੋਗੇ ਤਾਂ ਤੁਹਾਡੇ ਤੋਂ ਫੋਟੋ, ਤੁਹਾਡਾ ਆਧਾਰ ਕਾਰਡ, ਸ਼ਨਾਖਤੀ ਕਾਰਡ, ਤੁਹਾਡਾ ਪਤਾ ਪੁੱਛਿਆ ਜਾਏਗਾ। कोरोना टेस्ट रिपोर्ट दर्ज करवानी जरूरी है, यानी कि पॉजिटिव मरीजों ਨੂੰ ही सहूलत मिलेगी। जे सीटी स्कैन किया जाता है तो इसकी रिपोर्ट भी पोर्टल ते अपलोड की जा सकती है। पोर्टल ते रजिस्ट्री होने तो बाद DM कोविड मरीज ਨੂੰ ऑक्सीजन सिलेंडर मुहैया करवाएगा। जे लोड़ पई तो रीफिल भी करवाया जाएगा। ਉਹਦੇ ਲਈ ਇੱਕ ਪਾਸ है ਜਿਹੜਾ ਉਹ ਦਿੱਲੀ ਵਾਸੀਆਂ ਨੂੰ ਦਿੱਤਾ ਜਾਏਗਾ। ਆਸ ਕਰਦੇ ਹਾਂ ਕਿ ਦਿੱਲੀ ਦੇ ਲੋਕ ਹੁਣ ਸਾਹ ਲੈਣ ਖੁਣੋਂ ਨਾ ਮਰਨ ਤੇ ਕੇਜਰੀਵਾਲ ਸਰਕਾਰ ਹੈ ਜਿਹੜੀ ਉਹ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਵੇ, ਕਿਉਂਕਿ ਹੁਣ ਕੇਜਰੀਵਾਲ ਨੇ ਵੀ ਦੱਸ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਦੀ ਜਿੰਨੀ ਲੋੜ ਹੈ ਉਹਦੇ ਮੁਤਾਬਿਕ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੇਣੀ ਸ਼ੁਰੂ ਕਰ ਦਿੱਤੀ ਹੈ। बुलेटिन दे विच हुण खास ते वड्डियां खबरां पूरे भारत दियां। दिल्ली दे छतरसाल स्टेडियम दे विच 23 साला साबका जूनियर राष्ट्रीय चैंपीयन दा कतल ते कई व्यक्ति जख्मी होने दे मामले विच दिल्ली पुलिस दीयां कई टीमां 2 वार ओलंपिक्स तगमा जेतू सुशील कुमार ते होर व्यक्तियां नूं लभ रहीआं ने। ADCP दिल्ली डॉक्टर गुरइकबाल सिंह सिद्धू ने दस्सिआ कि सुशील कुमार दी वारदात विच भूमिका दी जांच कर रहे हां क्योंकि उस खिलाफ इल्जाम लाए गए ने। असीं अपनी टीम नूं उसदे घर भेजिआ पर वो नहीं मिलिआ। इस तों 5 ਗੱਡੀਆਂ ਵਿੱਚੋਂ ਇੱਕ ਵਿੱਚ ਦੁਨਾਲੀ ਬੰਦੂਕ 2 ਡਾਂਗਾਂ ਬਰਾਮਦ ਹੋਈਆਂ ਨੇ। ਹਾਲਾਂਕਿ ਸੁਸ਼ੀਲ ਕੁਮਾਰ ਇਸ ਮਾਮਲੇ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰ ਚੁੱਕਿਆ ਹੈ, ਪਰ ਪੁਲਿਸ ਦੇ ਮੁਤਾਬਿਕ ਹੁਣ ਉਹ ਫਰਾਰ ਹੈ। ਪੂਰੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਸਣੇ 2 ਹੋਰ ਪਹਿਲਵਾਨਾਂ ਦੇ ਘਰ ਛਾਪਾ ਮਾਰਿਆ। ਪੱਛਮੀ ਬੰਗਾਲ ਹਿੰਸਾ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੋਣਾਂ ਤੋਂ ਬਾਅਦ ਕਥਿਤ ਹਿੰਸਾ ਦੇ ਕਾਰਨਾਂ ਦੀ ਜਾਂਚ ਅਤੇ ਸੂਬੇ ਦੇ ਵਿੱਚ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ 4 ਮੈਂਬਰੀ ਟੀਮ ਬਣਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਵਿੱਚ ਟੀਮ ਪੱਛਮੀ ਬੰਗਾਲ ਲਈ ਰਵਾਨਾ ਹੋ ਗਈ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਹਿੰਸਾ ਵਿੱਚ ਮਰਨ ਵਾਲਿਆਂ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ 2-2 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਨੇ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਮੁਆਵਜ਼ਾ ਦਿੱਤਾ ਜਾਏਗਾ। ਚੋਣ ਕਮਿਸ਼ਨ ਦੇ ਮੁਤਾਬਿਕ 16 ਲੋਕਾਂ ਦੀ ਹਿੰਸਾ ਦੇ ਵਿੱਚ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਅੱਧੇ TMC ਤੇ ਅੱਧੇ BJP ਨਾਲ ਸੰਬੰਧਿਤ ਨੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲ ਵਿੱਚ ਜਾ ਕੇ BJP ਦੇ ਲੀਡਰਾਂ ਦੇ ਖਿਲਾਫ ਲੋਕਾਂ ਨੂੰ ਉਕਸਾਉਣ ਦਾ ਵੀ ਇਲਜ਼ਾਮ ਲਾਇਆ ਹੈ। ਮਮਤਾ ਨੇ ਦੱਸਿਆ ਕਿ ਨਵੀਂ ਸਰਕਾਰ ਬਣੀ ਨੂੰ ਹਲੇ 24 ਘੰਟੇ ਵੀ ਨਹੀਂ ਹੋਏ। BJP ਲੀਡਰ ਪੱਛਮੀ ਬੰਗਾਲ ਦੇ ਵਿੱਚ ਘੁੰਮ ਰਹੇ ਨੇ ਤੇ ਲੋਕਾਂ ਨੂੰ ਭੜਕਾ ਰਹੇ ਨੇ ਤਾਂ ਕਿ ਪੱਛਮੀ ਬੰਗਾਲ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਸਕਣ। ਉਹ ਟੀਮਾਂ ਤੇ ਹੋਰ ਲੀਡਰਾਂ ਨੂੰ ਇਕੱਠੇ ਕਰਨ ਲਈ ਚਿੱਠੀਆਂ ਭੇਜ ਰਹੇ ਨੇ। ਅਸਲ ਦੇ ਵਿੱਚ ਇਹ ਫੈਸਲਾ ਸਵੀਕਾਰ ਕਰਨ ਦੇ ਲਈ ਤਿਆਰ ਹੀ ਨਹੀਂ ਕਿ BJP ਪੱਛਮੀ ਬੰਗਾਲ ਦੇ ਵਿੱਚੋਂ ਹਾਰ ਰਹੀ ਹੈ। ਮਮਤਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਨ ਦੀ ਬੇਨਤੀ ਕਰਦੀ ਹਾਂ ਤੇ ਪੱਛਮੀ ਬੰਗਾਲ ਦਾ ਮਾਹੌਲ ਸਹੀ ਰਹੇ, ਬਣਿਆ ਰਹੇ, ਤੁਸੀਂ ਇਹਦੇ ਵਿੱਚ ਕੋਈ ਗੜਬੜੀ ਨਾ ਕਰੋ, ਇਸ ਦੇ ਲਈ ਮੈਂ ਅਪੀਲ ਕਰਦੀ ਹਾਂ। ਉਧਰ ਕੇਂਦਰੀ ਮੰਤਰੀ ਤੇ BJP ਲੀਡਰ V ਮੁਰਲੀਧਰਨ ਨੇ ਇਲਜ਼ਾਮ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਉਹਨਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਇਸ ਦਾ ਇੱਕ ਵੀਡੀਓ ਟਵੀਟ ਕੀਤਾ ਹੈ। BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਕੇਂਦਰੀ ਮੰਤਰੀ V ਮੁਰਲੀਧਰਨ ਦੇ ਕਾਫਲੇ ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਪੂਰੇ ਪੱਛਮੀ ਬੰਗਾਲ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਹੈ, ਜਿਹੜੀ ਕਾਨੂੰਨ ਵਿਵਸਥਾ ਹੈ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਹੈ। ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਕੇਂਦਰ ਨੇ ਬੁੱਧਵਾਰ ਨੂੰ ਪਹਿਲੀ ਵਾਰੀ ਦਿੱਲੀ ਨੂੰ ਦਿੱਲੀ ਦੀ ਲੋੜ ਦੇ ਮੁਤਾਬਿਕ ਆਕਸੀਜਨ ਮੁਹੱਈਆ ਕਰਵਾਈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ
चिट्ठी लिख के ਧੰਨਵਾਦ ਕੀਤਾ ਹੈ। चिट्ठी ਵਿੱਚ ਲਿਖਿਆ ਕਿ ਦਿੱਲੀ ਵਿੱਚ ਕਈ ਦਿਨਾਂ ਤੋਂ ਆਕਸੀਜਨ ਦੀ ਭਾਰੀ ਘਾਟ ਚੱਲ ਰਹੀ ਸੀ। ਦਿੱਲੀ ਦੀ ਖਪਤ 700 ਟਨ ਪ੍ਰਤੀ ਦਿਨ ਹੈ। ਅਸੀਂ ਲਗਾਤਾਰ ਕੇਂਦਰ ਨੂੰ ਅਪੀਲ ਕਰ ਰਹੇ ਸੀ ਕਿ ਇੰਨੀ ਆਕਸੀਜਨ ਸਾਨੂੰ ਦਿੱਤੀ ਜਾਵੇ ਤੇ ਕੱਲ ਯਾਨੀ ਕਿ ਬੁੱਧਵਾਰ ਨੂੰ ਪਹਿਲੀ ਵਾਰੀ ਦਿੱਲੀ ਨੂੰ 730 ਟਨ ਆਕਸੀਜਨ ਮਿਲ ਗਈ ਹੈ। ਮੈਂ ਦਿੱਲੀ ਦੇ ਲੋਕਾਂ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਕਰਦਾ। यूपी ਦੇ ਗੋਂਡਾ ਜ਼ਿਲ੍ਹੇ ਦੇ ਚਕਰੌਤਾ ਪਿੰਡ ਦੇ ਵਿੱਚ 22 ਦਿਨਾਂ ਦੇ ਅੰਦਰ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ ਇਹ ਮੰਨਣ ਤੋਂ ਇਨਕਾਰੀ ਹੈ ਕਿ ਮੌਤਾਂ ਕਰੋਨਾ ਕਾਰਨ ਹੋਈਆਂ ਕਿਉਂਕਿ ਸਾਰੇ ਮੈਂਬਰਾਂ ਦਾ ਕਰੋਨਾ ਟੈਸਟ ਆਇਆ ਸੀ, ਰਿਪੋਰਟ ਸਭ ਦੀ ਨੈਗੇਟਿਵ ਆਈ ਸੀ। ਇਸ ਦੇ ਬਾਵਜੂਦ ਮਰਨ ਵਾਲਿਆਂ ਦੇ ਵਿੱਚ ਕਰੋਨਾ ਦੇ ਲੱਛਣ ਵੀ ਨਜ਼ਰ ਆ ਰਹੇ ਸੀ। ਅੰਜਨੀ श्रीवास्तव ਦੇ ਪਰਿਵਾਰ ਦੇ ਵਿੱਚ ਅੰਜਨੀ ਦੇ ਵੱਡੇ ਭਰਾ ਹਨੂਮਾਨ ਪ੍ਰਸਾਦ ਦੀ 2 ਅਪ੍ਰੈਲ ਨੂੰ ਮੌਤ ਹੋਈ। ਉਮਰ 56 ਸਾਲ ਸੀ। ਉਸ ਤੋਂ ਬਾਅਦ ਮਾਂ ਦੀ ਮੌਤ 75 ਸਾਲਾ ਮਾਂ ਦੀ ਮੌਤ 14 ਅਪ੍ਰੈਲ ਨੂੰ ਹੋ ਜਾਂਦੀ ਹੈ। ਫਿਰ ਪੋਤੇ ਦੀ ਮੌਤ ਹੈ ਜਿਹੜੀ ਉਹ ਵੀ 16 ਅਪ੍ਰੈਲ ਨੂੰ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਪੋਤਾ ਸੌਰਵ ਦੀ ਮੌਤ ਹੋਈ ਹੈ ਉਸਦੇ ਮਾਤਾ ਪਿਤਾ ਦੀ ਵੀ ਮੌਤ ਹੋ ਜਾਂਦੀ ਹੈ 22 ਅਪ੍ਰੈਲ ਤੇ 24 ਅਪ੍ਰੈਲ ਨੂੰ। 22 ਦਿਨਾਂ ਦੇ ਵਿੱਚ 5 ਜੀਆਂ ਦੀ ਵਾਰੋ-ਵਾਰ ਮੌਤ ਹੋ ਗਈ ਹੈ। ਇਸ ਦਰਮਿਆਨ ਟੈਸਟ ਕਿਟਾਂ ਦੇ ਉੱਤੇ ਜ਼ਰੂਰ ਸਵਾਲ ਉੱਠਦੇ ਨੇ ਕਿ ਕੀ ਟੈਸਟ ਕਿਟਾਂ ਦੀ ਜਿਹੜੀ ਐਕੂਰੇਸੀ ਹੈ ਉਹ ਠੀਕ ਨਹੀਂ ਹੈ ਕਿਉਂਕਿ ਲੱਛਣ ਕਰੋਨਾ ਵਾਲੇ ਨੇ ਤੇ ਰਿਪੋਰਟ ਨੈਗੇਟਿਵ ਹੈ ਤੇ ਮੌਤਾਂ ਵੀ ਹੋ ਗਈਆਂ 5 ਜਣਿਆਂ ਦੀਆਂ। ਖਬਰ ਅਹਿਮਦਾਬਾਦ ਤੋਂ ਹੈ ਜਿੱਥੇ ਗੁਜਰਾਤ ਦੇ ਸਾਨੰਦ ਇਲਾਕੇ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋ ਗਏ ਇੱਕ ਵਹਿਮ ਦੇ ਪਿੱਛੇ ਲੱਗ ਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਤੋਂ ਖਬਰ ਹੈ ਜਿੱਥੇ ਕਰੋਨਾ ਭਜਾਉਣ ਦੀ ਅਫਵਾਹ ਸੁਣ ਕੇ ਮੰਦਰ ਦੇ ਵਿੱਚ ਲੋਕਾਂ ਦਾ ਹੜ ਆ ਗਿਆ। ਗੁਜਰਾਤ ਦੇ ਅਹਿਮਦਾਬਾਦ ਦੇ ਸਾਨੰਦ ਇਲਾਕੇ ਦੇ ਵਿੱਚ ਹਜ਼ਾਰਾਂ ਲੋਕ ਮੰਦਰ ਦੇ ਵਿੱਚ ਇਕੱਠੇ ਹੋ ਗਏ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਸੈਂਕੜੇ ਔਰਤਾਂ ਆਪਣੇ ਸਿਰਾਂ ਦੇ ਉੱਤੇ ਪਾਣੀ ਦੇ ਬਰਤਨ ਰੱਖ ਕੇ ਜਾ ਰਹੀਆਂ ਨੇ। ਕਿਸੇ ਨੇ ਅਫਵਾਹ ਫੈਲਾਈ ਕਿ ਹਿੰਦੂ ਦੇਵਤਾ ਬਲੀਆ ਦੇਵ ਨੂੰ ਜਲ ਅਭਿਸ਼ੇਕ ਕਰਕੇ ਲੋਕ ਕਰੋਨਾ ਤੋਂ ਬਚ ਸਕਦੇ ਨੇ। ਇਸ ਤੋਂ ਬਾਅਦ ਨਿਧਰਾੜ ਤੇ ਨਵਾਂਪੁਰਾ ਪਿੰਡਾਂ ਦੀਆਂ ਔਰਤਾਂ ਦੀ ਇਹ ਭੀੜ ਆਪਣੇ ਸਿਰਾਂ ਤੇ ਪਾਣੀ ਦੇ ਘੜੇ ਰੱਖ ਕੇ ਮੰਦਰ ਵੱਲ ਚਲੀ ਗਈ। ਅਹਿਮਦਾਬਾਦ ਦਿਹਾਤੀ ਦੇ ਡਿਪਟੀ ਐਸਪੀ ਕੇਟੀ ਕੁਮਾਰੀਆ ਨੇ ਦੱਸਿਆ ਕਿ ਚਗੋਂਦਰ ਥਾਣੇ ਦੇ ਨਵਾਂਪੁਰਾ ਪਿੰਡ ਤੇ ਸਾਨੰਦ ਦੇ ਨਿਧਰਾੜ ਪਿੰਡ ਵਿੱਚ ਵੱਡੀ ਗਿਣਤੀ ਔਰਤਾਂ ਨੇ ਅਜਿਹਾ ਕੰਮ ਕੀਤਾ। ਬਲੀਆ ਦੇਵ ਮੰਦਰ ਦੇ ਵਿੱਚ ਪਹੁੰਚ ਗਈਆਂ ਤੇ ਇਸ ਮਸਲੇ ਦੇ ਵਿੱਚ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਅਫਵਾਹ ਫੈਲਾਈ। ਨਵਾਂਪੁਰਾ ਪਿੰਡ ਦਾ ਸਰਪੰਚ ਵੀ ਮੌਕੇ ਤੇ ਮੌਜੂਦ ਸੀ, ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਇਹ ਪਾਬੰਦੀਆਂ ਲੱਗੀਆਂ ਹੋਈਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਠੇ ਨਹੀਂ ਹੋਣਾ। ਪਰ ਅਫਵਾਹ ਦੇ ਕਾਰਨ ਲੋਕ ਇੰਨੇ ਵਹਿਮੀ ਭਰਮੀ ਲੋਕ ਹਾਲੇ ਵੀ ਇਸ ਮੁਲਕ ਦੇ ਵਿੱਚ ਹੈਗੇ ਨੇ, ਪੂਰੀ ਦੁਨੀਆ ਦੇ ਵਿੱਚ ਹੀ ਹੈਗੇ ਨੇ ਜਿਹੜੇ ਅਫਵਾਹਾਂ ਦੇ ਪਿੱਛੇ ਲੱਗ ਕੇ ਇਹੋ ਜਿਹੀਆਂ ਮੂਰਖਤਾ ਭਰੀਆਂ ਹਰਕਤਾਂ ਕਰਦੇ ਰਹਿੰਦੇ ਨੇ। ਰਾਜਸਥਾਨ ਤੋਂ ਖਬਰ ਹੈ ਜਿੱਥੇ ਜੋਧਪੁਰ ਜੇਲ੍ਹ ਦੇ ਵਿੱਚ ਕੈਦ ਆਸਾਰਾਮ ਨੂੰ ਵੀ ਕਰੋਨਾ ਵਾਇਰਸ ਹੋ ਗਿਆ। ਆਸਾਰਾਮ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਜੋਧਪੁਰ ਦੇ ਹਸਪਤਾਲ ਦੇ ICU ਦੇ ਵਿੱਚ ਭਰਤੀ ਕਰਾਇਆ ਗਿਆ। ਆਸਾਰਾਮ ਬਲਾਤਕਾਰ ਦੇ ਦੋਸ਼ ਦੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਆਸਾਰਾਮ ਦੀ ਕੋਵਿਡ ਰਿਪੋਰਟ ਬੁੱਧਵਾਰ ਸ਼ਾਮ ਨੂੰ ਪੋਜ਼ਿਟਿਵ ਆਈ ਸੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਫਿਲੀਪਾਈਨਸ ਤੋਂ ਹੈ ਜਿੱਥੋਂ ਦੇ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਆਪਣਾ ਟੀਕਾ ਵਾਪਸ ਲੈ ਜਾਵੇ, ਮੈਂ ਲਗਵਾ ਕੇ ਗਲਤੀ ਕਰ ਲਈ ਹੈ। ਗੈਰ ਪ੍ਰਮਾਣਿਤ ਵੈਕਸੀਨ ਲਗਵਾਉਣ ਦੇ ਕਾਰਨ ਆਲੋਚਨਾ ਚੱਲ ਰਹੇ ਫਿਲੀਪਾਈਨਸ ਦੇ ਰਾਸ਼ਟਰਪਤੀ ਰੋਡਰਿਗੋ ਨੇ ਚੀਨ ਨੂੰ ਕਿਹਾ ਕਿ ਦਾਨ ਕੀਤੀ ਗਈ ਆਪਣੀ 1000 ਸਿਨੋਫਾਰਮਾ ਵੈਕਸੀਨ ਤੁਸੀਂ ਵਾਪਸ ਲੈ ਜਾਓ। ਉਹਨਾਂ ਕਿਹਾ ਕਿ ਚੀਨ ਭਵਿੱਖ ਵਿੱਚ ਕੇਵਲ ਆਪਣੀ ਸਿਨੋਵੈਕ ਵੈਕਸੀਨ ਹੀ ਸਾਨੂੰ ਭੇਜੇ। ਇਸ ਵੈਕਸੀਨ ਨੂੰ ਹਾਲੇ ਫਿਲੀਪਾਈਨਸ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਆਪਣੇ ਲੋਕਾਂ ਨੂੰ, ਫਿਲੀਪਾਈਨਸ ਦੇ ਨਾਗਰਿਕਾਂ ਨੂੰ ਕਿ ਜੋ ਮੈਂ ਕੀਤਾ ਹੈ ਉਹ ਤੁਸੀਂ ਨਾ ਕਰਿਓ। ਇਹ ਖਤਰਨਾਕ ਹੈ ਕਿਉਂਕਿ ਇਸ ਨੂੰ ਲੈ ਕੇ ਕੋਈ ਵੀ ट्रायल हाले नहीं किया गया है, कोई भी खोज नहीं की गई है। संभव है कि शरीर के लिए ठीक ना होवे। मैनू ही ये नवा टीका लैण वाला इकलौता शख्स बनिया रहन दिओ, तुसी ना लवो। चीन की कोरोना वैक्सीन सिनोफार्मा ते सिनोवैक नू इस हफ्ते विश्व सेहत संस्था तो सहमति मिल सकती है। खबर पाकिस्तान तो है जिथे प्रधानमंत्री इमरान खान ने पाकिस्तानी राजदूतां नू चंगी झाड़ पाई है ते भारतीय राजदूतां दी तारीफ की है। अजिहा क्यों कीता है? दरअसल पाकिस्तान की अर्थव्यवस्था भी कोरोना करके हुण खराब हुंदी जा रही है। अजे विच पाकिस्तान की सरकार चाहुंदी है कि विदेशों विच काम कर रहे पाकिस्तानियों के लिए पाकिस्तानी दूतावास चौकस रहे। पाकिस्तान के प्रधानमंत्री इमरान खान ने संयुक्त अरब अमीरात यानी कि UAE ਅਤੇ ਸਾਊਦੀ अरब स्थित पाकिस्तानी राजदूतां ਨੂੰ फटकार लाउंदे होए भारतीय राजदूतां की तारीफ करते हुए कहा है कि साडे दूतावास खास करके रियाद ਅਤੇ जेदा ਦੇ दूतावास ਦੇ ਵਿੱਚ ਨਾ ਤਾਂ ਆਮ ਪਾਕਿਸਤਾਨੀਆਂ ਦੀ ਮਦਦ ਕੀਤੀ ਜਾ ਰਹੀ ਹੈ ਨਾ ਹੀ ਨਿਵੇਸ਼ ਨੂੰ ਲੈ ਕੇ ਕੋਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਭਾਰਤੀ ਦੂਤਾਵਾਸ ਨੇ ਜਿਹੜੇ
ਉਹ ਇਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਨੇ ਤੇ ਨਿਵੇਸ਼ ਵੀ ਲੈ ਕੇ ਆਉਂਦੇ ਨੇ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਨੇ ਮੀਟਿੰਗ ਜਿਹੜੀ ਕੀਤੀ ਹੈ ਉਸ ਦੇ ਵਿੱਚ ਦੱਸਿਆ ਕਿ ਮੈਂ ਖੁਦ 20 ਸਾਲਾਂ ਤੱਕ ਲੰਡਨ ਵਿੱਚ ਰਿਹਾ ਅਤੇ ਹਾਈ ਕਮਿਸ਼ਨ ਦੇ ਵਿੱਚ ਮੇਰਾ ਆਉਣਾ ਜਾਣਾ ਰਿਹਾ ਹੈ, ਪਰ ਸਾਡਾ ਹਾਈ ਕਮਿਸ਼ਨ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਮਿਹਨਤਕਸ਼ ਮਜ਼ਦੂਰ ਪਾਕਿਸਤਾਨੀਆਂ ਦੇ ਪ੍ਰਤੀ ਬਹੁਤ ਹੀ ਬੁਰਾ ਰਵੱਈਆ ਰੱਖਦਾ ਹੈ। ਮੈਨੂੰ ਆਪਣੇ ਜਾਣਨ ਵਾਲੇ ਸਾਊਦੀ ਅਰਬ ਦੇ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਲੈ ਕੇ ਫੀਡਬੈਕ ਦਿੱਤਾ ਹੈ ਤੇ ਜਿਸ ਤਰ੍ਹਾਂ ਦੀ ਮੈਨੂੰ ਜਾਣਕਾਰੀ ਮਿਲੀ ਹੈ ਮੈਂ ਹੈਰਾਨ ਰਹਿ ਗਿਆ। ਪਾਕਿਸਤਾਨੀ ਦੂਤਾਵਾਸ ਹੈ ਜਿਹੜਾ ਉੱਥੇ ਰਹਿ ਰਹੇ ਪਾਕਿਸਤਾਨੀਆਂ ਦੇ ਲਈ ਬਹੁਤ ਹੀ ਲਾਪਰਵਾਹੀ ਵਾਲਾ ਰਵੱਈਆ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਅਸੀਂ ਸਿਟੀਜ਼ਨ ਪੋਰਟਲ ਦੇ ਓਵਰਸੀਜ਼ ਪਾਕਿਸਤਾਨੀ ਸੈਕਸ਼ਨ ਤੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਲਿਸਟ ਕੱਢੀ। ਉਹਨਾਂ ਸ਼ਿਕਾਇਤਾਂ ਨੂੰ ਪੜ੍ਹ ਕੇ ਵੀ ਸਮਝ ਵਿੱਚ ਆਇਆ ਕਿ ਕਿਸ ਤਰ੍ਹਾਂ ਸਾਡੇ ਹਾਈ ਕਮਿਸ਼ਨ ਦਾ ਗਰੀਬਾਂ ਦੇ ਪ੍ਰਤੀ ਰਵੱਈਆ ਨਿਰਾਸ਼ ਕਰਨ ਵਾਲਾ ਹੈ। ਇਹ ਲਿਸਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਗੇ ਕੀ ਕਰਨਾ ਹੈ, ਕਿਉਂਕਿ ਇਸ ਤਰ੍ਹਾਂ ਦਾ ਰਵੱਈਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਹਾਈ ਕਮਿਸ਼ਨ ਦਾ ਕੰਮ ਵਿਦੇਸ਼ਾਂ ਵਿੱਚ ਰਹਿ ਰਹੇ ਸਾਡੇ ਲੋਕਾਂ ਦੀ ਮਦਦ ਕਰਨਾ ਹੈ ਅਤੇ ਮੁਲਕ ਜੋ ਇਸ ਵਕਤ ਬੇਹੱਦ ਮੁਸ਼ਕਿਲ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਉਸ ਵਿੱਚ ਨਿਵੇਸ਼ ਕਰਨ ਦੇ ਲਈ ਕੰਮ ਕਰਨਾ ਹੈ। ਉਹ ਵਕਤ ਹੁਣ ਲੰਘ ਗਿਆ ਜਦੋਂ ਇੰਗਲੈਂਡ ਵਿੱਚ ਪਾਕਿਸਤਾਨ ਦੇ ਰਾਜਦੂਤ ਅੰਗਰੇਜ਼ਾਂ ਨਾਲ ਮਿਲ ਕੇ ਹੀ ਖੁਸ਼ ਹੋ ਜਾਇਆ ਕਰਦੇ ਸੀ। ਉਹਨਾਂ ਨੂੰ ਨਹੀਂ ਲੱਗਦਾ ਸੀ ਕਿ ਇਸ ਮੁਲਕ ਨੂੰ ਨਿਵੇਸ਼ ਦੀ ਲੋੜ ਹੈ, ਪਰ ਹੁਣ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਭਾਰਤ ਦੇ ਰਾਜਦੂਤ ਇਸ ਮਾਮਲੇ ਵਿੱਚ ਸਾਡੇ ਤੋਂ ਕਿਤੇ ਵੱਧ ਐਕਟਿਵ ਰਹਿੰਦੇ ਨੇ। ਖਾਸ ਕਰਕੇ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੇ ਦੂਤਾਵਾਸ ਤੋਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਨੇ। ਇੱਥੇ ਲੋਕਾਂ ਨੂੰ ਮੁਲਾਕਾਤ ਦਾ ਵਕਤ ਦੇ ਕੇ ਤੁਸੀਂ ਮਿਲਦੇ ਹੀ ਨਹੀਂ। ਗਰੀਬ ਆਪਣੇ ਪੈਸੇ ਜੋੜ ਕੇ ਹਾਈ ਕਮਿਸ਼ਨ ਦੇ ਵਿੱਚ ਪਹੁੰਚਦਾ ਹੈ ਪਰ ਇੱਥੋਂ ਦਾ ਸਟਾਫ ਉਹਨਾਂ ਦੀ ਗੱਲ ਸੁਣਦਾ ਹੀ ਨਹੀਂ। ਇਹਨਾਂ ਦੋ ਦੇਸ਼ਾਂ ਵਿੱਚ ਸਭ ਤੋਂ ਵੱਧ ਸਾਡੇ ਲੋਕ ਰਹਿੰਦੇ ਨੇ। ਸਾਨੂੰ ਸ਼ਿਕਾਇਤ ਮਿਲੀ ਹੈ ਕਿ ਕਈ ਵਾਰੀ ਇੱਕ ਵਾਰ ਹੀ ਸ਼ਿਕਾਇਤ ਮਿਲਣ ਤੇ ਦੂਤਾਵਾਸ ਦੇ ਵੱਲੋਂ ਇਸ ਨੂੰ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਅਸੀਂ ਆਪਣੇ ਲੋਕਾਂ ਨੂੰ ਪਾਕਿਸਤਾਨ ਦੇ ਵਿੱਚ ਨੌਕਰੀ ਦੇ ਨਹੀਂ ਸਕਦੇ, ਪਰ ਜਦੋਂ ਉਹ ਦੋ ਪੈਸੇ ਕਮਾਉਣ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਸੁਣਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਤੇ ਸਖਤ ਨਿਗਰਾਨੀ ਰੱਖਾਂਗੇ। ਸੋ ਤੁਸੀਂ ਸੁਧਰ ਜਾਓ, ਆਪਣੇ ਲੋਕਾਂ ਦੀ ਮਦਦ ਕਰੋ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ। ਬਰਤਾਨੀਆ ਤੇ ਭਾਰਤ ਵਿਚਾਲੇ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਬਾਰੇ ਇੱਕ ਸਮਝੌਤਾ ਹੋਇਆ ਹੈ। ਇਸ ਸਮਝੌਤੇ ਤੇ ਹਸਤਾਖਰ ਹੋਣ ਤੋਂ ਬਾਅਦ ਨਵੀਂ ਸਕੀਮ ਹੈ ਜਿਹੜੀ ਉਹ ਤੁਹਾਨੂੰ ਅਸੀਂ ਦੱਸਾਂਗੇ, ਜਿਸ ਤਹਿਤ ਹਰ ਸਾਲ 3000 ਨੌਜਵਾਨ ਯੂਕੇ ਜਾ ਸਕਣਗੇ। ਪਰ ਇਸ ਦੇ ਨਾਲ ਇੱਕ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਯੂਕੇ ਰਹਿ ਰਹੇ ਗੈਰ ਕਾਨੂੰਨੀ ਭਾਰਤੀ ਡਿਪੋਰਟ ਵੀ ਹੋਣਗੇ। ਭਾਰਤ ਨੇ ਯੂਕੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਮੰਗਵਾਉਣ ਦੇ ਲਈ ਯੂਕੇ ਦੇ ਨਾਲ ਸਹਿਮਤੀ ਜਤਾਈ ਹੈ। ਦੋਵੇਂ ਮੁਲਕਾਂ ਦੇ ਇਸ ਫੈਸਲੇ ਦੇ ਨਾਲ 3000 ਪੇਸ਼ੇਵਰ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਭਾਰਤੀ ਬੁਲਾਰੇ ਸੰਦੀਪ ਚੱਕਰਵਰਤੀ ਦੇ ਮੁਤਾਬਿਕ ਜੋ ਭਾਰਤੀ ਬਰਤਾਨੀਆ ਦੇ ਵਿੱਚ ਪਰੇਸ਼ਾਨੀਆਂ 'ਚ ਰਹਿ ਰਹੇ ਨੇ ਉਹਨਾਂ ਨੂੰ ਉੱਥੋਂ ਦੀ ਨਾਗਰਿਕਤਾ ਜਾਂ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਉਹਨਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਜ਼ਿਆਦਾਤਰ ਗੈਰ ਕਾਨੂੰਨੀ ਭਾਰਤੀਆਂ ਦੇ ਵਿੱਚ ਪੰਜਾਬੀ ਭਾਈਚਾਰਾ ਬਹੁ ਗਿਣਤੀ ਦੇ ਵਿੱਚ ਯੂਕੇ 'ਚ ਰਹਿ ਰਿਹਾ ਹੈ ਤੇ ਇਸ ਖਬਰ ਦੇ ਨਾਲ ਯੂਕੇ ਵਿੱਚ ਰਹਿ ਰਹੇ ਕਈ ਸਾਲਾਂ ਤੋਂ ਜਿਹੜੇ ਗੈਰ ਕਾਨੂੰਨੀ ਪੰਜਾਬੀ ਨੇ ਉਹਨਾਂ ਸਣੇ ਭਾਰਤੀਆਂ ਦੇ ਲਈ ਵੀ ਇੱਕ ਚਿੰਤਾ ਜਿਹੜੀ ਉਹ ਜ਼ਰੂਰ ਖੜੀ ਕਰ ਦਿੱਤੀ ਹੈ। ਤੇ ਜਿਹੜਾ ਸਮਝੌਤਾ ਹੈ ਉਸ ਦੇ ਮੁਤਾਬਿਕ ਹੁਣ ਦੋਵੇਂ ਦੇਸ਼ਾਂ ਦੇ ਨੌਜਵਾਨਾਂ ਨੂੰ ਇੱਕ ਦੂਸਰੇ ਦੇ ਮੁਲਕ ਵਿੱਚ 2 ਸਾਲਾਂ ਤੱਕ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਵੀ ਹੋਵੇਗੀ। ਸਕੀਮ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਪੇਸ਼ੇਵਰ ਲੋਕਾਂ ਦੇ ਵਿੱਚੋਂ ਉਹਨਾਂ ਦੇ ਹੁਨਰ ਅਤੇ ਪ੍ਰਤਿਭਾ ਦੇ ਆਧਾਰ ਤੇ ਸਭ ਤੋਂ ਹੁਸ਼ਿਆਰ ਤੇ ਬਿਹਤਰ ਨੌਜਵਾਨਾਂ ਨੂੰ ਯੂਕੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਦੋਵੇਂ ਦੇਸ਼ਾਂ ਨੇ ਗੈਰ ਕਾਨੂੰਨੀ ਮਾਈਗ੍ਰੇਸ਼ਨ ਸੰਬੰਧੀ ਜਿਹੜਾ ਸਮਝੌਤਾ ਕੀਤਾ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੈ ਤੇ ਨਵੀਂ ਸਕੀਮ ਉਸ ਵਕਤ ਆਈ ਹੈ ਜਦੋਂ ਯੂਕੇ ਬ੍ਰੈਗਜ਼ਿਟ ਤੋਂ ਬਾਅਦ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਤੇ ਜ਼ੋਰ ਦੇ ਰਿਹਾ ਹੈ। ਪਹਿਲਾਂ ਦੋਵਾਂ ਦੇਸ਼ਾਂ ਨੇ 1 ਅਰਬ ਦੇ ਵਪਾਰਿਕ ਸਮਝੌਤੇ ਦਾ ਐਲਾਨ ਕੀਤਾ ਸੀ। ਯੰਗ ਪ੍ਰੋਫੈਸ਼ਨਲ ਸਕੀਮ ਅਧੀਨ ਹਰ ਸਾਲ ਯੂਕੇ ਤੇ ਭਾਰਤ ਦੇ ਦਰਵਾਜ਼ੇ ਇੱਕ ਦੂਸਰੇ ਦੇਸ਼ ਦੇ ਵੱਧ ਤੋਂ ਵੱਧ 3000 ਲੋਕਾਂ ਦੇ ਲਈ ਖੁੱਲੇ ਰਹਿਣਗੇ। ਹਾਲਾਂਕਿ ਗਿਣਤੀ ਦੋਵਾਂ ਮੁਲਕਾਂ ਦੀ ਸਹਿਮਤੀ ਦੇ ਨਾਲ ਘਟਾਈ ਜਾਂ ਫਿਰ ਵਧਾਈ ਵੀ ਜਾ ਸਕਦੀ ਹੈ ਤੇ ਇਸ ਸਕੀਮ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਉਹ ਲੋਕ ਜੋ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਕੋਲ ਉਹਨਾਂ ਦੇ ਪੇਸ਼ੇ ਨਾਲ ਸੰਬੰਧਿਤ ਘੱਟੋ ਘੱਟ 3 ਸਾਲ ਦਾ ਤਜਰਬਾ ਅਤੇ ਯੂਨੀਵਰਸਿਟੀ ਜਾਂ ਇਸ ਦੇ ਬਰਾਬਰ ਪੱਧਰ ਦੀ ਯੋਗਤਾ ਅਤੇ ਉਹਨਾਂ ਦੇ ਵਿੱਚ ਖੁਦ ਨੂੰ ਮੇਜ਼ਬਾਨ ਦੇਸ਼ ਦੀ ਭਾਸ਼ਾ ਆਉਣੀ ਲਾਜ਼ਮੀ ਹੈ। ਉਹਨਾਂ ਨੂੰ ਆਪਣੇ ਨਾਲ ਕੋਈ ਵੀ ਬੱਚਾ ਜਾਂ ਹੋਰ ਵਿਅਕਤੀ ਨੂੰ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਜੋ ਉਹਨਾਂ ਦੇ ਉੱਤੇ ਡਿਪੈਂਡ ਹੋਵੇ।
ਨੇਪਾਲ ਦੇ ਵਿੱਚ ਓਲੀ ਸਰਕਾਰ ਦਾ ਬਹੁਮਤ ਖੁੱਸ ਗਿਆ ਹੈ। ਨੇਪਾਲ ਦੇ ਵਿੱਚ ਪੁਸ਼ਪ ਕਮਲ ਦਹਲ ਪ੍ਰਚੰਡ ਦੀ ਅਗਵਾਈ ਵਾਲੀ ਸੀਪੀਆਈ ਵੱਲੋਂ ਸਰਕਾਰ ਤੋਂ ਅਧਿਕਾਰਿਤ ਤੌਰ ਤੇ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਓਲੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪ੍ਰਤੀਨਿਧੀ ਸਭਾ ਦਾ ਬਹੁਮਤ ਖੁੱਸ ਗਿਆ। ਪਾਰਟੀ ਦੇ ਇੱਕ ਸੀਨੀਅਰ ਲੀਡਰ ਗਣੇਸ਼ ਸ਼ਾਹ ਦੇ ਮੁਤਾਬਿਕ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਫੈਸਲੇ ਦੀ ਜਾਣਕਾਰੀ ਦੇਣ ਸੰਬੰਧੀ ਇੱਕ ਚਿੱਠੀ ਸੰਸਦੀ ਸਕੱਤਰੇਤ ਨੂੰ ਸੌਂਪੀ ਗਈ ਹੈ। ਮਾਓਵਾਦੀ ਸੈਂਟਰ ਦੇ ਚੀਫ ਵਿਪ ਦੇਵ ਗੁਰੰਗ ਨੇ ਸੰਸਦੀ ਸਕੱਤਰੇਤ ਅਧਿਕਾਰੀਆਂ ਨੂੰ ਇਹ ਚਿੱਠੀ ਸੌਂਪੀ ਹੈ। ਚਿੱਠੀ ਸੌਂਪਣ ਤੋਂ ਬਾਅਦ ਤੁਰੰਗ ਨੇ ਕਿਹਾ ਕਿ ਪਾਰਟੀ ਵੱਲੋਂ ਓਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਕਿਉਂਕਿ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।